ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਗੁਰੂ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੈਦ ਬੇਗ ਤੇ ਸਭ ਸੁਣਿਓ ਗਿਰ ਈਸ਼ਵਰਨ ਬਿਰਤਾਂਤ। ਸੈਨ ਗੁਰੂ ਪਰ ਦਰਬ ਦੇ ਲਿਆਏ ਲਰਨ ਪ੍ਰਿਆਤ। ਸੈਦ ਬੇਗ ਤੇ ਸਭ ਸੁਣਿਓ ਗਿਰ ਈਸ਼ਵਰਨ ਬਿਰਤਾਂਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨਾ ਬੰਧੂ ਸੁਖਦਾਇਕ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਆਪ ਜੀਵਾਂ ਨੂੰ ਸਤਸੰਗ ਦੀਆਂ ਸ਼ੁਭ ਘੜੀਆਂ ਦਾ ਸੁਖ ਪ੍ਰਾਪਤ ਹੋ ਰਿਹਾ ਹੈ। ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ
ਤਿੰਨਾਂ ਦੇ ਯਾਦਗਾਰ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਸਾਹਿਬ ਦਮਦਮੀ ਟਕਸਾਲ ਸੱਧਰਵਾਲ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜੇ ਨੇ। ਸਜੇ ਹੋਏ ਦੀਵਾਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੋਭਨੀਕ ਸਿੰਘਾਸਣ ਦੇ ਉੱਪਰ ਸੁਭਾਏਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਹੁਣ ਇਸ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਗੁਰੂ ਜਸ ਲੜੀਵਾਰ ਗੁਰ ਇਤਿਹਾਸ ਕਥਾ ਦਾ ਸਮਾਂ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧਰਮਵੀਰ ਸਤਿਗੁਰੂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜੀਵਾਂ ਦਾ ਕਲਿਆਣ ਕਰ ਰਹੇ ਨੇ। ਭਾਰਤ ਵਰਸ਼ ਦੀ ਧਰਤੀ ਜੋ ਲੰਮੇ ਸਮੇਂ ਤੋਂ ਮੁਗਲਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ, ਇਸ ਦੇਸ਼ ਦੇ ਉੱਪਰ ਰਾਜ ਕਰਨ ਵਾਲੇ ਹਿੰਦੂ ਰਾਜੇ ਗੁਲਾਮੀ ਦੀਆਂ ਜੰਜੀਰਾਂ ਨੂੰ ਹੁਣ ਖੁਸ਼ੀ-ਖੁਸ਼ੀ ਸਵੀਕਾਰ ਕਰ ਰਹੇ ਨੇ। ਜਿਨ੍ਹਾਂ ਦੇ ਦਿਲ ਦੇ ਵਿੱਚੋਂ ਸੂਰਮਤਾਈ ਮੁੱਕ ਚੁੱਕੀ ਹੈ, ਜੁਝਾਰੂਪੁਣਾ ਨਿਸਲ ਹੋ ਚੁੱਕਾ ਹੈ, ਐਸੇ ਬੁਝਦਿਲ ਪਹਾੜੀ ਰਾਜਿਆਂ ਦੇ ਵਿੱਚ ਸਤਿਗੁਰ ਸਾਹਿਬ ਜੀ ਅਣਖ ਗੈਰਤ ਦੀ ਚਿਣਗ ਜਗਾਉਣਾ ਚਾਹੁੰਦੇ ਨੇ। ਇਸ ਵਾਸਤੇ ਸਤਿਗੁਰ ਸਾਹਿਬ ਜੀ ਪਹਾੜੀ ਰਾਜਿਆਂ ਦੀ ਮਦਦ ਵੀ ਕਰਦੇ ਨੇ, ਉਹਨਾਂ ਦੇ ਨਾਲ ਵਾਰਤਾ ਵੀ ਕਰਦੇ ਨੇ। ਪਾਤਸ਼ਾਹ ਜੀ ਆਪ ਤਾਂ ਪਹਾੜੀ ਰਾਜਿਆਂ ਦਾ ਭਲਾ ਸੋਚ ਰਹੇ ਨੇ, ਪਰ ਪਹਾੜੀ ਰਾਜੇ ਹਮੇਸ਼ਾ ਹੀ ਇਸ ਨੂੰ ਆਪਣਾ ਵਿਰੋਧ ਦੇ ਵਿੱਚ ਲੈ ਕੇ ਹਮੇਸ਼ਾ ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦਾ ਵਿਰੋਧ ਕੀਤਾ ਹੈ। ਜਿੱਥੇ ਤੇ ਉਹਨਾਂ ਨੇ ਮੁਗਲ ਜ਼ਾਲਮ ਹਕੂਮਤ ਦੇ ਖਿਲਾਫ ਹਥਿਆਰ ਚੁੱਕਣੇ ਸਨ, ਕਿਸੇ ਜੰਗ ਦੇ ਆਉਣ ਦੇ ਨਾਲ ਉਹਨਾਂ ਦੇ ਹੱਥ ਸ਼ਮਸ਼ੀਰ ਦੇ ਉੱਪਰ ਜਾਣੇ ਚਾਹੀਦੇ ਸੀ, ਉੱਥੇ ਉਹ ਮੁਗਲ ਹਕੂਮਤ ਦੇ ਬਾਦਸ਼ਾਹਾਂ ਦੇ ਅੱਗੇ ਡੰਡੌਤ ਕਰਕੇ ਉਹਨਾਂ ਨੂੰ ਨਮਸਕਾਰ ਕਰ ਰਹੇ ਨੇ। ਖੁਸ਼ੀ-ਖੁਸ਼ੀ ਉਹਨਾਂ ਦੀ ਅਧੀਨਗੀ ਕਬੂਲ ਕਰ ਰਹੇ ਨੇ। ਸਤਿਗੁਰੂ ਸਾਹਿਬ ਜੀ ਉਹਨਾਂ ਦੇ ਗੁਲਾਮੀ ਦੀ ਜੰਜੀਰ ਤੋੜਨਾ ਚਾਹੁੰਦੇ ਨੇ, ਪਰ ਫਿਰ ਵੀ ਇਹ ਪਹਾੜੀ ਰਾਜੇ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਦੁਸ਼ਮਣ ਸਮਝ ਰਹੇ ਨੇ। ਇਸੇ ਦੁਸ਼ਟਾਈ ਦੇ ਅਧੀਨ ਭੀਮ ਚੰਦ ਰਾਜੀਏ ਨੇ, ਹਡੂਰੀਏ ਰਾਜੇ ਨੇ ਆਪਸ ਦੇ ਵਿੱਚ ਸਲਾਹ ਕਰਕੇ ਦਿੱਲੀ ਨੂੰ ਜਾ ਰਹੇ ਦੋ ਸੈਨਾਪਤ ਬਾਦਸ਼ਾਹ ਔਰੰਗਜ਼ੇਬ ਦੇ ਉਹਨਾਂ ਨੂੰ ਕੁਝ ਲਾਲਚ ਦਿੱਤਾ ਹੈ ਮਾਇਆ ਦਾ, ਨਾਲ ਕਿਹਾ ਹੈ ਕਿ ਰਾਜਾ ਬੜਾ ਪ੍ਰਸੰਨ ਹੋਵੇਗਾ, ਬਾਦਸ਼ਾਹ ਬਹੁਤ ਪ੍ਰਸੰਨ ਹੋਏਗਾ ਜੇ ਤੂੰ ਸਤਿਗੁਰੂ ਸਾਹਿਬ ਜੀ ਨੂੰ ਮਾਰ ਦੇਵੇਂ ਜਾਂ ਉਹਨਾਂ ਨੂੰ ਭਜਾ ਦੇਵੇਂ, ਕਿਸੇ ਨਾ ਕਿਸੇ ਤਰੀਕੇ ਤੂੰ ਉਹਨਾਂ ਨੂੰ ਜੰਗ ਦੇ ਵਿੱਚ ਜੇ ਤੁਸੀਂ ਹਰਾ ਦਿਓ, ਔਰੰਗਜ਼ੇਬ ਬਾਦਸ਼ਾਹ ਬਹੁਤ ਖੁਸ਼ ਹੋਏਗਾ। ਦੋਵੇਂ ਸੈਨਾਪਤੀ ਲਾਲਚ ਦੇ ਵਿੱਚ ਆ ਗਏ। ਲਾਲਚ ਦੇ ਵਿੱਚ ਆਇਆ ਹੋਇਆਂ ਨੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਸਤਿਗੁਰੂ ਸਾਹਿਬ ਜੀ ਨੇ ਡੇਰਾ ਲਾਇਆ ਹੈ। ਉੱਥੇ ਆ ਕੇ ਹਜੂਰ ਦੀ ਸੈਨਾ ਦੇ ਉੱਪਰ, ਸਿੰਘਾਂ ਦੇ ਉੱਪਰ ਉਹਨਾਂ ਦੋਵਾਂ ਨੇ ਹਮਲਾ ਕੀਤਾ। ਉਹਨਾਂ ਦੇ ਵਿੱਚੋਂ ਸੈਦ ਬੇਗ ਹੈ ਜੋ ਪਿਛਲੇ ਕਰਮਾਂ ਦਾ ਸਤਿਗੁਰੂ ਸਾਹਿਬ, ਪਿਛਲੇ ਜਨਮਾਂ ਦਾ ਸਤਿਗੁਰੂ ਸਾਹਿਬ ਜੀ ਦਾ ਸਾਥੀ ਸੀ। ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਉਸ ਦੇ ਉੱਪਰ ਪਈ, ਪੂਰਬਲੇ ਭਾਗ ਜਾਗੇ, ਬੁੱਧੀ ਆਈ ਤੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਗਿਆ। ਦੂਸਰਾ ਸੈਨਾਪਤੀ ਜੰਗ ਦੇ ਵਿੱਚ ਹਾਰ ਕੇ ਵਾਪਸ ਭੱਜ ਗਿਆ, ਟਾਕਰਾ ਕਰਕੇ ਵਾਪਸ ਭੱਜ ਗਿਆ। ਦੂਰ ਤੱਕ ਸਿੰਘ ਉਸ ਨੂੰ ਦੂਰ ਭਜਾ ਕੇ ਆਏ।
ਇਸ ਗੁਰੂ ਘਰ ਦੀ ਇਹ ਹਮੇਸ਼ਾ ਮਹੱਤਤਾ ਰਹੀ ਹੈ। ਜੋ ਕੋਈ ਵੀ ਮਨੁੱਖ ਜਿਸ ਤਰ੍ਹਾਂ ਦੀ ਇੱਛਾ ਧਾਰ ਕੇ ਗੁਰੂ ਘਰ ਦੇ ਵਿੱਚ ਆਇਆ ਹੈ, ਅੱਗੇ ਦਾਤਾਰ ਜੀ ਨੇ ਉਸ ਨੂੰ ਉਸੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਨੇ। ਅਲਫ ਖਾਂ ਚੜ੍ਹਾਈ ਕਰਨ ਦੇ ਇਰਾਦੇ ਦੇ ਨਾਲ ਆਇਆ, ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਨੇ ਉਸ ਨੂੰ ਐਸੇ ਦਰਸ਼ਨ ਦਿੱਤੇ, ਉਸ ਦਾ ਦਿਲ ਦਹਿਲ ਗਿਆ। ਹਾਰ ਖਾ ਕੇ ਵਾਪਸ ਦਿੱਲੀ ਨੂੰ ਭੱਜ ਗਿਆ। ਸੈਦ ਬੇਗ ਸ਼ਰਨ ਦੇ ਵਿੱਚ ਆਇਆ, ਸਤਿਗੁਰੂ ਸਾਹਿਬ ਜੀ ਨੇ ਉਸ ਨੂੰ ਵਡਿਆਈ ਬਖਸ਼ੀ, ਖੁਸ਼ੀ ਬਖਸ਼ੀ, ਆਪਣੇ ਜਥੇ ਦੇ ਵਿੱਚ ਸ਼ਾਮਲ ਕਰ ਲਿਆ। ਐਸੀ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਉਸ ਸੈਦ ਬੇਗ ਦੇ ਉੱਤੇ। ਹੁਣ ਅੱਗੇ ਜਿਸ ਤਰੀਕੇ ਦੇ ਨਾਲ ਸੈਦ ਬੇਗ ਅਤੇ ਹੋਰ ਸਿੰਘ ਸਤਿਗੁਰੂ ਜੀ ਦੇ ਕੋਲ ਆ ਕੇ ਪਹਾੜੀ ਰਾਜਿਆਂ ਦੀ ਕੀਤੀ ਹੋਈ ਦੁਸ਼ਟਾਈ, ਉਹਨਾਂ ਦਾ ਕਮੀਨਾਪਨ, ਇੱਕ ਪਾਸੇ ਤਾਂ ਗੁਰੂ ਸਾਹਿਬ ਜੀ ਦੇ ਕੋਲੋਂ ਮਦਦ ਵੀ ਮੰਗਦੇ ਨੇ, ਸਤਿਗੁਰੂ ਸਾਹਿਬ ਜੀ ਦੇ ਨਾਲ ਸੰਬੰਧ ਵੀ ਰੱਖਦੇ ਨੇ, ਉਤੋਂ ਤਾਂ ਪ੍ਰੇਮ ਰੱਖਣਾ ਚਾਹੁੰਦੇ ਨੇ, ਪਰ ਅੰਦਰੋਂ ਅੰਦਰੀ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਜੋ ਸਿੱਖਾਂ ਦੇ ਗੁਰੂ ਹਨ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਅਸੀਂ ਇਹਨਾਂ ਨੂੰ ਇੱਥੋਂ ਭਜਾ ਦਈਏ। ਐਸੀ ਭਾਵਨਾ ਹੈ ਜੋ ਉਸ ਬਾਰੇ ਵਿਚਾਰ ਹੋ ਰਹੀ ਹੈ। ਇੱਕ ਪੰਡਤ ਜੀ ਨੇ ਆ ਕੇ ਗੁਰੂ ਜੀ ਦੇ ਕੋਲ ਆਪਣੀ ਪਤਨੀ ਜੋ ਪਠਾਨ ਚੁੱਕ ਕੇ ਲੈ ਗਿਆ ਹੈ, ਉਸ ਨੂੰ ਛੁਡਵਾਉਣ ਦੇ ਲਈ ਫਰਿਆਦ ਕਰਨੀ ਹੈ। ਜਿਸ ਤਰੀਕੇ ਦੇ ਨਾਲ ਅੱਜ ਪ੍ਰਸੰਗ ਆਇਆ ਹੈ, ਆਪ ਜੀ ਸਰਵਣ ਕਰੋ। ਉਸ ਤੋਂ ਪਹਿਲਾਂ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਪਿਆਰ ਨਾਲ ਆਖੋ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੈਦ ਬੇਗ ਤੇ ਸਭ ਸੁਨਿਓ, ਗਿਰ ਈਸ਼ਵਰਨ ਬਿਰਤਾਂਤ। ਗਿਰ ਈਸ਼ਵਰ ਜੋ ਪਹਾੜੀ ਰਾਜੇ ਨੇ, ਉਹਨਾਂ ਦੀ ਸਾਰੀ ਗੱਲਬਾਤ ਹੈ ਜੋ ਉਹਨਾਂ ਨੇ ਦੁਸ਼ਟਾਈ ਕੀਤੀ ਹੈ। ਗੁਰੂ ਸਾਹਿਬ ਜੀ ਸੈਦ ਬੇਗ ਤੋਂ ਸਾਰੀ ਸੁਣ ਰਹੇ ਨੇ। ਸੈਨ ਗੁਰੂ ਪਰ ਦਰਬ ਦੇ ਲਿਆਏ ਲਰਨ ਪ੍ਰਿਆਤ। ਕਿ ਜਿਹੜੀ ਸੈਨਾ ਹੈ ਮੁਗਲ ਫੌਜਾਂ ਜੋ ਫੌਜਾਂ ਨੇ, ਪਹਾੜੀ ਰਾਜਿਆਂ ਨੇ ਦਰਬ ਦਾ ਲਾਲਚ ਦਿੱਤਾ। ਐਸਾ ਲਾਲਚ ਦੇ ਕੇ ਗੁਰੂ ਸਾਹਿਬ ਜੀ ਦੇ ਉੱਪਰ ਹਮਲਾ ਕਰਨ ਦੇ ਲਈ ਫੌਜ ਨੂੰ ਲਿਆਏ ਨੇ ਪਹਾੜੀ ਰਾਜੇ। ਚੌਪਈ ਉਦੇ ਸਿੰਘ, ਆਲਮ ਸਿੰਘ ਆਦ। ਗੁਰੂ ਸਾਹਿਬ ਜੀ ਦੇ ਹਜੂਰੀ ਸਿੰਘ ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ, ਸਭ ਸੁਨ ਕਰ ਹੋਏ ਬਿਸਮਾਦ। ਇਹਨਾਂ ਪਹਾੜੀ ਰਾਜਿਆਂ ਦੇ ਕਮੀਨੇਪਣ ਨੂੰ, ਇਹਨਾਂ ਦੀ ਚਤੁਰਾਈ ਨੂੰ, ਚਲਾਕੀ ਨੂੰ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋ ਰਹੇ ਨੇ। ਮੰਦਮਤੀ ਸਭ ਦੁਸ਼ਟ ਪਹਾਰੀ। ਅਤੇ ਇਹਨਾਂ ਦੀ ਖੋਟੀ ਮਤ ਨੂੰ ਵੇਖ ਕੇ ਕਹਿ ਰਹੇ ਨੇ ਕਿ ਬੜਾ ਭਾਰੀ ਦੁਸ਼ਟ ਨੇ ਇਹ ਪਹਾੜੀ ਲੋਕ। ਰਚਿਓ ਕਪਟ ਆਨਿਓ ਦਲ ਭਾਰੀ। ਕਪਟ ਰਚ ਕੇ, ਛਲ ਰਚ ਕੇ ਮੁਗਲ ਸੈਨਾ ਦਾ ਬਹੁਤ ਭਾਰੀ ਦਲ ਹਮਲੇ ਲਈ ਇਹਨਾਂ ਨੇ ਲਿਆਂਦਾ ਹੈ ਪਹਾੜੀ ਰਾਜਿਆਂ ਨੇ। ਇੱਕ ਦਿਨ ਸਤਿਗੁਰ ਸਭਾ ਮਝਾਰਾ। ਇੱਕ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਵਾਨ ਦੇ ਵਿੱਚ ਬੈਠੇ ਨੇ। ਫਿਰੇ ਖਾਲਸਾ ਆਇਓ ਹਸਾਰਾ। ਸਤਿਗੁਰੂ ਸਾਹਿਬ ਜੀ ਦੀਵਾਨ ਦੇ ਵਿੱਚ ਸੁਭਾਏਮਾਨ ਹੋ ਰਹੇ ਨੇ। ਸਾਰਾ ਖਾਲਸਾ ਆਇਆ ਹੈ ਦਰਸ਼ਨਾਂ ਦੇ ਲਈ। ਦਇਆ ਸਿੰਘ ਮੁਹਕਮ ਸਿੰਘ ਧੀਰ। ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਮੁਹਕਮ ਸਿੰਘ ਜੀ ਜੋ ਧੀਰ ਜਵਾਨ ਨੇ। ਧਰਮ ਸਿੰਘ ਹਿੰਮਤ ਸਿੰਘ ਵੀਰ। ਭਾਈ ਸਾਹਿਬ ਭਾਈ ਧਰਮ ਸਿੰਘ ਜੀ, ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਆਦ ਵੀਰ ਜੋ ਸੂਰਮੇ ਹਨ। ਈਸ਼ਰ ਸਿੰਘ ਟੇਕ ਸਿੰਘ ਆਏ। ਹਜੂਰੀ ਸਿੰਘ ਭਾਈ ਈਸ਼ਰ ਸਿੰਘ ਜੀ, ਭਾਈ ਟੇਕ ਸਿੰਘ ਜੀ ਆਏ ਨੇ। ਇਕ ਆਦਿਕ ਗੁਰ ਕੋ ਦਰਸਾਏ। ਇਸ ਤਰ੍ਹਾਂ ਹੋਰ ਅਨੇਕਾਂ ਸਿੰਘ ਆ ਕੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਨੇ। ਆਲਮ ਸਿੰਘ ਕਹੀ ਤਬ ਬਾਤ। ਆ ਕੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ, ਕੋਲ ਬੈਠੇ ਨੇ। ਗੁਰੂ ਸਾਹਿਬ ਜੀ ਨੇ ਸੁਖ ਸ਼ਾਂਤ ਪੁੱਛੀ ਆ, ਉਪਰੰਤ ਵਾਰਤਾ ਸ਼ੁਰੂ ਹੋਈ।
ਭਾਈ ਆਲਮ ਸਿੰਘ ਨੇ ਉਸ ਵੇਲੇ ਬੇਨਤੀ ਕੀਤੀ ਹੈ, ਪਾਤਸ਼ਾਹ ਪ੍ਰਭ ਜੀ, ਜੀ ਗਿਰਪਤ ਗਤ ਬਖਿਆਤ। ਪਾਤਸ਼ਾਹ ਜੀ ਜਿਹੜੇ ਗਿਰਪਤ ਨੇ, ਪਹਾੜੀ ਰਾਜੇ ਨੇ, ਜਿਹੜੀ ਇਹਨਾਂ ਦੀ ਗੱਤ ਹੈ, ਭਾਵ ਇਹਨਾਂ ਦੀ ਖੁਟਿਆਈ ਆ, ਸਾਰੀ ਇਸ ਸੰਸਾਰ ਦੇ ਵਿੱਚ ਪ੍ਰਗਟ ਹੋ ਗਈ ਹੈ। ਕਿਵੇਂ ਇਹਨਾਂ ਨੇ ਆਪਣੇ ਉੱਪਰ ਹਮਲਾ ਕੀਤਾ। ਪਰ ਤੇ ਮਿਲ ਕੀਨ ਸਮੇਲਾ। ਉੱਪਰੋਂ ਤਾਂ ਆਪਣੇ ਨਾਲ ਪਿਆਰ ਰੱਖਦੇ ਨੇ ਪਾਤਸ਼ਾਹ ਜੀ, ਰਾਖਿਓ ਅੰਤਰ ਕਪਟ ਦੁਹਿਲਾ। ਪਰ ਅੰਦਰੋਂ ਪਾਤਸ਼ਾਹ ਜੀ ਬਹੁਤ ਭਾਰੀ ਦੁੱਖ ਨੂੰ ਦੇਣ ਵਾਲਾ ਜਿਹੜਾ ਕਪਟ ਹੈ, ਛਲ ਹੈ, ਉਹ ਆਪਣੇ ਹਿਰਦੇ ਦੇ ਵਿੱਚ ਰੱਖਦੇ ਨੇ ਕਪਟੀ ਪਹਾੜੀ ਰਾਜੇ। ਸੈਨ ਅਚਾਨਕ ਤੁਰਕਨ ਕੇਰੀ। ਅਚਾਨਕ ਹੀ ਇਤਨਾ ਭਾਰੀ ਇਹਨਾਂ ਨੇ ਛਲ ਕੀਤਾ ਹੈ, ਜਾ ਕੇ ਮੁਗਲ ਸੈਨਾ ਦੇ ਨਾਲ ਸੰਧੀ ਕਰ ਲਈ, ਉਹਨਾਂ ਨੂੰ ਲਾਲਚ ਦਿੱਤਾ। ਅਚਾਨਕ ਹੀ ਜਿਹੜੀ ਫੌਜ ਹੈ ਤੁਰਕਾਂ ਦੀ, ਦਰਬੇ ਹੇਤ ਆਨ ਕਰ ਗੇਰੀ। ਉਸ ਅਸਥਾਨ ਤੇ, ਚਮਕੌਰ ਸਾਹਿਬ ਦੇ ਅਸਥਾਨ ਤੇ ਅਚਾਨਕ ਹੀ ਮੁਗਲਾਂ ਦੀ ਫੌਜ ਲਿਆ ਕੇ ਸਾਡੇ ਲੜਨ ਦੇ ਵਾਸਤੇ ਇਹਨਾਂ ਨੇ ਉੱਥੇ ਪਹੁੰਚਾਈ ਹੈ। ਦਾ ਬੇਗ ਬਤਾਵਤ ਸਾਰ। ਸਤਿਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰ ਰਹੇ ਨੇ ਕਿ ਸੈਦਾ ਬੇਗ ਨੇ ਸਾਰੀ ਜਿਹੜੀ ਗੱਲ ਹੈ, ਜੋ ਇਹਨਾਂ ਪਹਾੜੀ ਰਾਜਿਆਂ ਨੇ ਖੁਟਿਆਈ ਕੀਤੀ ਹੈ, ਉਹ ਸਾਰੀ ਸਾਨੂੰ ਦੱਸੀ ਹੈ। ਗਹਿਬੇ ਹਿਤ ਤੁਮ ਕੋਸ਼ਲ ਧਾਰ। ਇਹਨਾਂ ਪਹਾੜੀ ਰਾਜਿਆਂ ਨੇ ਆਪ ਜੀ ਨੂੰ ਫੜਨ ਦੇ ਵਾਸਤੇ, ਆਪ ਜੀ ਨੂੰ ਕੈਦ ਕਰਨ ਦੇ ਵਾਸਤੇ ਇਹ ਛਲ ਕੀਤਾ। ਰਾਵਰ ਕੋ ਪ੍ਰਤਾਪ ਹੈ ਭਾਰਾ। ਪਰ ਪਾਤਸ਼ਾਹ ਜੀ ਇਹ ਅਣਜਾਣ ਲੋਕ ਕੀ ਜਾਣਦੇ ਨੇ, ਜੋ ਤੁਹਾਡੀ ਵੱਡੀ ਵਡਿਆਈ ਹੈ, ਜੋ ਆਪ ਜੀ ਦਾ ਪ੍ਰਤਾਪ ਹੈ, ਬਹੁਤ ਭਾਰਾ। ਵੇ ਨਾ ਭਾਵ ਭੀ ਸਕੈ ਗਵਾਰਾ। ਇਹ ਗਵਾਰ ਲੋਕ ਆਪ ਜੀ ਦੇ ਪਰਛਾਵੇਂ ਤੱਕ ਨੂੰ ਨਹੀਂ ਛੋਹ ਸਕਦੇ। ਇਹਨਾਂ ਦੀ ਤਾਂ ਆਪਣੀ ਕੀ ਔਕਾਤ ਹੈ, ਵਾਹਿਗੁਰੂ, ਇਹਨਾਂ ਦੀ ਆਪਣੀ ਤਾਂ ਕੀ ਔਕਾਤ ਹੈ, ਇਹਨਾਂ ਦਾ ਪਰਛਾਵਾ ਵੀ ਆਪ ਜੀ ਨੂੰ ਨਹੀਂ ਛੂਹ ਸਕਦਾ। ਪਰ ਦਰਬ ਤੁਰਕ ਗਨ ਆਨੇ। ਬਹੁਤ ਭਾਰੀ ਧਨ ਦੇ ਕੇ, ਬਹੁਤ ਜ਼ਿਆਦੀ ਮਾਇਆ ਦੇ ਕੇ ਇਹਨਾਂ ਨੇ ਬਹੁਤ ਭਾਰੀ ਮੁਗਲਾਂ ਦੀ ਫੌਜ ਹਮਲਾ ਕਰਨ ਵਾਸਤੇ ਲਿਆਂਦੀ ਹੈ। ਇਸੀ ਯਤਨ ਮਹਿ ਲੱਗੇ ਮਹਾਨੇ। ਐਸੀ ਖੁਟਿਆਈ ਕਰਨ ਦੇ ਵਿੱਚ, ਐਸਾ ਬੁਰਾ ਕਰਮ ਕਰਨ ਦੇ ਵਿੱਚ ਹੀ ਲੱਗੇ ਰਹੇ ਨੇ ਇਹ। ਸੁਣ ਕਰ ਉਦੈ ਸਿੰਘ ਭੀ ਕਹਿਓ। ਭਾਈ ਆਲਮ ਸਿੰਘ ਜੀ ਦੀ ਗੱਲ ਨੂੰ ਸੁਣ ਕੇ ਉਸ ਵੇਲੇ ਭਾਈ ਉਦੇ ਸਿੰਘ ਜੀ ਨੇ ਬੇਨਤੀ ਕੀਤੀ, ਸਿਰ ਲਗ ਬੈਰ ਇਨਹੋ ਕੋ ਲਹਿਓ। ਪਾਤਸ਼ਾਹ ਜੀ ਇਹ ਕਪਟੀ ਲੋਕ ਪੈਰ ਤੋਂ ਲੈ ਕੇ ਸਿਰ ਤੱਕ ਵੈਰ ਦੇ ਨਾਲ ਹੀ ਭਰੇ ਹੋਏ ਨੇ। ਸਤਿਗੁਰ ਛਿਮਾ ਧਰਤ ਹੈ ਜਿਉ ਜਿਉ। ਜਿਵੇਂ ਜਿਵੇਂ ਆਪ ਸਤਿਗੁਰੂ ਜੀ ਇਹਨਾਂ ਦੇ ਉੱਪਰ ਖਿਮਾ ਧਾਰਨ ਕਰਦੇ ਹੋ, ਜਿਵੇਂ ਜਿਵੇਂ ਆਪ ਜੀ ਇਹਨਾਂ ਨੂੰ ਬਖਸ਼ ਰਹੇ ਹੋ, ਮੂਰਖ ਕਪਟ ਰਚਿਤ ਹੈ ਤਿਉ ਤਿਉ। ਪਰ ਇਹ ਮੂਰਖ ਆਪ ਜੀ ਦੀ ਵਡਿਆਈ ਨੂੰ ਨਹੀਂ ਜਾਣਦੇ, ਆਪ ਜੀ ਦੀ ਖਿਮਾ ਨੂੰ ਨਹੀਂ ਜਾਣਦੇ। ਜਿਵੇਂ ਆਪ ਜੀ ਇਹਨਾਂ ਦੇ ਉੱਪਰ ਖਿਮਾ ਧਾਰਨ ਕਰ ਰਹੇ ਹੋ, ਉਵੇਂ ਉਵੇਂ ਇਹ ਮੂਰਖ ਲੋਕ ਕਪਟ ਧਾਰਨ ਕਰ ਰਹੇ ਨੇ। ਲੈਣ ਦੇਣ ਇਨਕੋ ਨਹਿ ਕੋਈ। ਸਾਡਾ ਤਾਂ ਕੋਈ, ਆਪ ਜੀ ਦਾ ਤਾਂ ਕੋਈ ਇਹਨਾਂ ਨਾਲ ਕੋਈ ਲੈਣ ਦੇਣ ਵੀ ਨਹੀਂ ਹੈ। ਓ ਮੂਡ ਛਲ ਠਾਨੇ ਸੋਈ। ਫੇਰ ਵੀ ਇਹ ਮੂਰਖ ਪਹਾੜੀ ਲੋਕ ਬਹੁਤ ਭਾਰੀ ਕਪਟ ਆਪ ਜੀ ਦੇ ਨਾਲ ਕਰਦੇ ਹਨ। ਸ੍ਰੀ ਕਲਗੀ ਤਰਬਾਕ ਅਲਾਏ। ਭਾਈ ਉਦੈ ਸਿੰਘ ਜੀ ਦੇ ਬੇਨਤੀ ਨੂੰ ਸੁਣ ਕੇ, ਬਚਨ ਨੂੰ ਸੁਣ ਕੇ, ਉਸ ਵੇਲੇ ਸ਼੍ਰੀ ਕਲਗੀਧਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਕਿਹਾ, ਇਹੀ ਪਲਟੋ ਸਭ ਲੇਹ ਬਣਾਏ। ਇਹ ਜਿਹੜਾ ਸਾਰਾ ਬਦਲਾ ਛੇਤੀ ਹੀ ਬਣਾ ਲਵਾਂਗੇ। ਕਰੈ ਖਾਲਸਾ ਮਹਿਦ ਬਖੇਰਾ। ਤੇ ਸਾਡਾ ਖਾਲਸਾ ਹੈ ਜੋ ਬਲੀ ਹੈ, ਉਹ ਬੜਾ ਭਾਰੀ ਜਾ ਕੇ ਬਖੇੜਾ ਕਰੇਗਾ ਇਹਨਾਂ ਦੇ ਨਾਲ। ਦੂਨਨ ਬਿਖੈ ਪਾਹੇ ਹੈ ਫੇਰਾ। ਤੇ ਇਹਨਾਂ ਦੀ ਭਾਜੀ ਦੂਣੀ ਕਰਕੇ ਮੋੜਾਂਗੇ ਇਹਨਾਂ ਵੱਲ। ਸਮਾ ਪਾਏ ਇਨ ਕੀ ਜਰ ਜਾਏ। ਉਸ ਵੇਲੇ ਦਾਤਾਰ ਜੀ ਨੇ ਇਹਨਾਂ ਨੇ ਬਚਨ ਕੀਤੇ ਆਪਣੇ ਖਾਲਸੇ ਨਾਲ, ਇਹ ਕਪਟੀ ਪਹਾੜੀ ਰਾਜਿਆਂ ਦੀ ਜੜ ਬਹੁਤ ਛੇਤੀ ਪੁੱਟੀ ਜਾਏਗੀ। ਰਾਜ ਖਾਲਸਾ ਕਰੈ ਬਣਾਏ। ਫਿਰ ਉਸ ਵੇਲੇ ਮੇਰਾ ਖਾਲਸਾ ਇਸ ਧਰਤੀ ਦਾ ਮਾਲਕ ਹੋਏਗਾ। ਪੀ ਸੁਖ ਸੋ ਸੁਪਤ ਨ ਦੀਜੈ। ਪਰ ਹੁਣ ਵੀ ਇਹਨਾਂ ਨੂੰ ਸੁੱਖ ਦੀ ਨੀਂਦ ਨਹੀਂ ਸੌਣ ਦਵਾਂਗੇ। ਇਹ ਗ੍ਰਾਮ ਕ੍ਰਿਖੀ ਕਰ ਲੀਜੈ। ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਕਿਹਾ, ਜੋ ਗ੍ਰਾਮ ਨੇ, ਜੋ ਨਗਰ ਨੇ ਆਪਣੇ ਲਾਗੇ ਲਾਗੇ, ਉਹਨਾਂ ਸਾਰਿਆਂ ਦੀ ਜਾ ਕੇ ਕਹੀ ਦੇ ਨਾਲ ਹੱਦਬੰਦੀ ਕਰ ਦਿਓ। ਖੜਗ ਕੇਤ ਨਿਤ ਹਮਹੁ ਸਹਾਇਕ। ਖੜਗ ਕੇਤ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਹੀ ਸਾਡਾ ਸਹਾਇਕ ਹੈ। ਗਹਿ ਸਕੈ ਕੌਣ ਹੋਏ ਕਾਇਕ। ਤੇ ਸਾਨੂੰ ਕੌਣ ਫੜ ਸਕਦਾ ਹੈ?
ਕੌਣ ਆ ਕੇ ਮਾਰ ਸਕਦਾ ਹੈ ਇਹਨਾਂ ਦੀ ਕੀ ਮਚਾਲ, ਜਦੋਂ ਅਕਾਲ ਪੁਰਖ ਵਾਹਿਗੁਰੂ ਹੀ ਸਾਡਾ ਸਹਾਇਕ ਹੈ। ਪ੍ਰਥਮ ਮੇਲ ਭੀ ਇਨਹੋ ਕੀਨੇ ਪਹਿਲਾਂ ਵੀ ਮਿਲਣ ਦੀ ਸੰਬੰਧ ਦੀ ਗੱਲ ਇਹਨਾਂ ਨੇ ਹੀ ਕੀਤੀ ਸੀ। ਬਹੁਰ ਕਪਟ ਮੂਡਨ ਚਿਤ ਦੀਨਾ ਫਿਰ ਇਹਨਾਂ ਮੂਰਖਾਂ ਨੇ ਆਪਣੇ ਮਨ ਨੂੰ ਫਿਰ ਛਲ ਦੇ ਵਿੱਚ ਹੀ ਲਾ ਲਿਆ, ਧਾਰਨ ਕੀਤਾ ਹੈ ਛਲ ਨੂੰ। ਪਲਟਾ ਲੇਹ ਖਾਲਸਾ ਇਨ ਤੇ ਇਸ ਕਰਕੇ ਸਾਡਾ ਖਾਲਸਾ ਇਹਨਾਂ ਤੋਂ ਬਦਲਾ ਲਏਗਾ, ਇਹਨਾਂ ਦੇ ਖੁਟਿਆਏ ਖੋਟੇ ਕਰਮਾਂ ਦਾ। ਰਾਜ ਤੇਜ ਬਨ ਸਿਹ ਨਿਤ ਹਨਤੇ ਜਿਹੜਾ ਇਹਨਾਂ ਦਾ ਰਾਜ ਤੇਜ ਹੈ ਉਹ ਨਾਸ਼ ਕਰ ਦੇਵਾਂਗੇ ਨਿਤਾ ਸ੍ਰੀ ਹੀ। ਮੁਖ ਤੇ ਇਮ ਹੁਕਮ ਬਖਾਨਾ ਸ਼੍ਰੋਮਣੀ ਕੰਠ ਤੋਂ ਉਸ ਵੇਲੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਸੁਣ ਨੇ। ਹਰਖਿਓ ਸਭ ਪੰਥ ਮਹਾਨਾ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਸਾਰਾ ਖਾਲਸਾ ਪੰਥ ਬਹੁਤ ਖੁਸ਼ ਹੋਇਆ। ਸਿਖਤਾ ਉਚਤੈ ਕਹਾਂ ਪਹਾਰੀ ਕਹਿਣ ਲੱਗੇ ਕਿ ਬਹੁਤ ਇਹੀ ਸਿੱਖਿਆ ਦੇ, ਐਸੀ ਵਾਹਿਗੁਰੂ ਐਸੀ ਸਜ਼ਾ ਦੇ ਹੀ ਹੱਕਦਾਰ ਨੇ ਪਹਾੜੀ ਲੋਕ। ਸੁਧਰਹਿ ਮੂਡ ਪਰਹਿ ਜਬ ਮਾਰੀ ਜਦੋਂ ਇਹਨਾਂ ਦੇ ਉੱਪਰ ਮਾਰ ਪਵੇਗੀ ਖਾਲਸੇ ਦੀ, ਉਸ ਵੇਲੇ ਹੀ ਇਹਨਾਂ ਦਾ ਸੁਧਾਰ ਹੋਏਗਾ। ਬਾਸੁਰ ਨਿਸ ਜੁਗਤ ਬਿਤਾਇਓ ਤੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਦਿਨ ਬਤੀਤ ਕੀਤਾ ਹੈ। ਭੋਰ ਦੁੰਧਬ ਬਜਵਾਇਓ ਜਦੋਂ ਸਵੇਰ ਹੋਈ ਹੈ ਉਸ ਵੇਲੇ ਖਾਲਸੇ ਨੇ ਰਣਜੀਤ ਨਗਾਰੇ ਦੇ ਉੱਪਰ ਚੋਭਾਂ ਮਾਰੀਆਂ ਨੇ। ਸਿੰਘਨ ਜੀਨ ਤੁਰੰਗਣ ਡਾਲੇ ਸਿੰਘਾਂ ਨੇ ਬਲੀ ਘੋੜਿਆਂ ਦੇ ਉੱਤੇ ਕਾਠੀ ਪਾਈ ਹੈ। ਸੀ ਕਮਰ ਗਣ ਤੁਪਕ ਉਠਾਲੇ ਆਪਣੇ ਕਮਰ ਕੱਸੇ ਕੀਤੇ ਨੇ, ਬਹੁਤ ਜ਼ਿਆਦੀਆਂ ਬੰਦੂਕਾਂ ਆਪਣੇ ਹੱਥ ਹੇਠ ਕੀਤੀਆਂ ਨੇ। ਜਾਣਿਓ ਖਾਲਸਾ ਹੇਤ ਸ਼ਿਕਾਰਾ ਗੁਰੂ ਸਾਹਿਬ ਜੀ ਦਾ ਖਾਲਸਾ ਸ਼ਿਕਾਰ ਖੇਡਣ ਦੇ ਵਾਸਤੇ ਚੱਲਿਆ ਹੈ। ਗਏ ਦੂਰ ਲਗ ਦੂਣ ਮਝਾਰਾ ਬਹੁਤ ਦੂਰ ਤੱਕ ਸ੍ਰੀ ਅਨੰਦਪੁਰ ਸਾਹਿਬ ਤੋਂ ਬਹੁਤ ਦੂਰ ਤੱਕ ਜੰਗਲ ਦੇ ਵਿੱਚ ਗਏ ਨੇ। ਸੁਣ ਦੁੰਧਬ ਤੁਨ ਕੋ ਚਲ ਆਵੇ ਜਦੋਂ ਪਹਾੜਾਂ ਦੇ ਵਿੱਚ ਗਏ ਨੇ, ਨਗਾਰੇ ਦੀ ਚੋਟ ਨੂੰ ਸੁਣ ਕੇ, ਨਗਾਰੇ ਦੀ ਧੁਨ ਨੂੰ ਸੁਣ ਕੇ ਸਾਰੇ ਪਹਾੜੀਏ ਲੋਕ ਚੱਲ ਕੇ ਆਉਂਦੇ ਅਰ ਨੇ। ਪਹਿ ਭੇਟਣ ਬਿਨੈ ਅਲਾਵੇ ਆ ਕੇ ਸਤਿਗੁਰੂ ਸਾਹਿਬ ਜੀ ਦੇ ਅੱਗੇ ਆਪਣੀ ਭੇਟ ਅਰਪਣ ਕਰਦੇ ਨੇ ਤੇ ਬੇਨਤੀ ਕਰਦੇ ਨੇ, ਪਾਤਸ਼ਾਹ ਜੀ ਇਸ ਕੋ ਤਿਆਗੇ ਹੈ ਬਸੇ ਹੈ ਸੋ ਚੈਨ ਅਤੇ ਸਤਿਗੁਰੂ ਸਾਹਿਬ ਜੀ ਉਹਨਾਂ ਦੀ ਬੇਨਤੀ ਨੂੰ ਸੁਣ ਕੇ, ਉਹਨਾਂ ਦੀ ਭੇਟ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਅਸੀਸ ਦਿੰਦੇ ਨੇ ਵੀ ਚੈਨ ਦੇ ਨਾਲ ਇਸ ਨਗਰ ਦੇ ਵਿੱਚ ਵਸੋ। ਅਚੇ ਪਦਾਰਥ ਸਗਰੇ ਐਨ ਘਰ ਦੇ ਸਾਰੇ ਪਦਾਰਥਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ। ਆਗੇ ਆਏ ਮਿਲੇ ਨਹਿ ਜੋ ਅਤੇ ਜਿਹੜੇ ਹੰਕਾਰੀ ਪਹਾੜੀ ਲੋਕ ਆ ਕੇ ਸਤਿਗੁਰੂ ਸਾਹਿਬ ਜੀ ਨੂੰ ਨਹੀਂ ਮਿਲੇ, ਸਤਿਕਾਰ ਨਹੀਂ ਕੀਤਾ ਜਿਨ੍ਹਾਂ ਨੇ, ਰਾਜਨ ਓਜ ਹੰਕਾਰ ਹੈ ਓ ਅਤੇ ਆਪਣੇ ਮਨ ਦੇ ਵਿੱਚ ਇਹ ਹੰਕਾਰ ਰੱਖਦੇ ਨੇ ਕਿ ਸਾਡੇ ਰਾਜੇ ਪਹਾੜੀ ਹਿੰਦੂ ਰਾਜੇ ਨੇ, ਸਾਡੀ ਉਹ ਮਦਦ ਕਰਨਗੇ, ਉਹਨਾਂ ਦੇ ਹੰਕਾਰ ਦੇ ਹੇਠ ਤਿਨ ਪਰ ਹੋਏ ਸਭ ਕੀ ਹੱਥ ਸ਼ੋਰ ਐਸੇ ਹੰਕਾਰੀ ਪਹਾੜੀ ਲੋਕਾਂ ਦੇ ਉੱਪਰ ਖਾਲਸੇ ਦੀ ਉਸ ਵੇਲੇ ਹੱਥ ਦੀ ਮਾਰ ਪਈ ਹੈ। ਕਹੀ ਕਰਹਿ ਦੇ ਸੰਕਟ ਘੋਰ ਬਹੁਤ ਭਾਰੀ ਉਸ ਵੇਲੇ ਖਾਲਸੇ ਨੇ ਉਪਦਰਵ ਮਚਾਇਆ ਹੈ ਉਹਨਾਂ ਦੇ ਵਿੱਚ, ਅਤੇ ਆਸੇ-ਪਾਸੇ ਨਗਰ ਦੇ ਵਿੱਚ ਕਹੀ ਨਾ ਨਿਸ਼ਾਨਦੇਹੀ ਕਰ ਲਈ। ਲੂਟ ਕੂਟ ਕਰ ਗ੍ਰਾਮ ਉਜਾਰੇ ਹੈ ਲੁੱਟ-ਕੁੱਟ ਕੇ ਸਾਰੇ ਨਗਰ ਉਜਾੜ ਦਿੱਤੇ। ਸਭ ਬਿਦ ਕੋ ਹੰਕਾਰ ਨਿਵਾਰ ਇਹਨਾਂ ਹੰਕਾਰੀ ਲੋਕਾਂ ਦਾ ਜਿਹੜਾ ਹੰਕਾਰ ਹੈ ਉਹ ਨਾਸ਼ ਕੀਤਾ ਹੈ ਖਾਲਸੇ ਨੇ। ਜਾਏ ਪੁਕਾਰੂ ਰਾਜਨ ਪਾਸ ਜਦੋਂ ਕੁੱਟ ਖਾ ਕੇ ਇਹ ਪਹਾੜੀ ਰਾਜਿਆਂ ਕੋਲ ਗਏ ਨੇ ਪਹਾੜੀ ਲੋਕ, ਉਸ ਵੇਲੇ ਦੀਨ ਹੋਏ ਕਰਤੇ ਅਰਦਾਸ ਉਸ ਵੇਲੇ ਜਾ ਕੇ ਪੁਕਾਰ ਕਰਦੇ ਨੇ, ਬੜੇ ਗਰੀਬੜੇ ਜੇ ਬਣ ਸੁਣ ਕੇ। ਕਿਰਪਤ ਔਰ ਕੁਪਹਿ ਕਨੇਰਾ ਇਹਨਾਂ ਦੀ ਗੱਲ ਨੂੰ ਸੁਣ ਕੇ, ਪਹਾੜੀ ਲੋਕਾਂ ਦੀ ਗੱਲ ਨੂੰ, ਜਿਹੜੇ ਗਿਰਪਤ ਨੇ ਪਹਾੜੀ ਰਾਜੇ ਨੇ, ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਉਂਦੇ ਨੇ, ਕਰਹਿ ਤਰਾਸ ਲਰ ਸਕੇ ਨਾ ਫੇਰਾ ਪਰ ਡਰਦੇ ਨੇ। ਹਿਰਦੇ ਦੇ ਵਿੱਚ ਉਹਨਾਂ ਦੇ ਬਹੁਤ ਡਰ ਹੈ ਕਿ ਸਤਿਗੁਰੂ ਸਾਹਿਬ ਜੀ ਬਹੁਤ ਬਲੀ ਨੇ, ਇਸ ਕਰਕੇ ਉਹਨਾਂ ਦੇ ਵਿੱਚ ਲੜ ਸਕਣ ਦੀ ਹਿੰਮਤ ਨਹੀਂ ਹੈ। ਭਲੇ ਸੂਰ ਨਰ ਪ੍ਰਥਮ ਸੰਘਾਰੇ ਅਤੇ ਇਸ ਤਰ੍ਹਾਂ ਕਹਿੰਦੇ ਨੇ ਕਿ ਜਿਹੜੇ ਵੱਡੇ ਵੱਡੇ ਸਾਡੇ ਸੂਰਮੇ ਨੇ, ਗੁਰੂ ਸਾਹਿਬ ਨੇ ਸਾਰੇ ਜੰਗ ਦੇ ਵਿੱਚ ਮਾਰ ਦਿੱਤੇ। ਆਦ ਕੇਸਰੀ ਚੰਦ ਜੁਝਾਰੇ ਜਿਹੜੇ ਸਾਡੇ ਜੁਝਾਰੂ ਸੂਰਮੇ ਸਨ, ਕੇਸਰੀ ਚੰਦ ਆਦ, ਨਾ ਸਤਗੁਰ ਲਰ ਤ੍ਰਿਪਤਾਏ ਫੇਰ ਵੀ ਇਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ ਹੈ ਸਤਿਗੁਰੂ ਸਾਹਿਬ ਜੀ ਦੀ ਯੁੱਧ ਕਰਕੇ। ਕਸੂਰ ਆਪਣਾ ਹੈ ਪਰ ਦੂਸ਼ਣ ਸਤਿਗੁਰੂ ਸਾਹਿਬ ਜੀ ਦੇ ਵਿੱਚ ਕੱਢ ਰਹੇ ਨੇ।
ਕਪਟ ਆਪ ਕਰਦੇ ਨੇ, ਪਰ ਫਿਰ ਵੀ ਦੂਸ਼ਣ ਸਤਿਗੁਰ ਸਾਹਿਬ ਜੀ ਦੇ ਉੱਪਰ ਲਾ ਰਹੇ ਨੇ ਕਿ ਉਹਨਾਂ ਦੀ ਤ੍ਰਿਪਤੀ ਨਹੀਂ ਹੋ ਰਹੀ ਯੁੱਧ ਕਰਕੇ। ਕਲ ਤੁਰਕਨ ਕੋ ਅਨਗਨ ਆਇਓ, ਕਹਿੰਦੇ ਨੇ ਕਿ ਤੁਰਕਾਂ ਦਾ ਦਲ ਵੀ, ਤੁਰਕਾਂ ਦੀ ਫੌਜ ਵੀ ਬਹੁਤ ਜ਼ਿਆਦੀ ਆਈ, ਮਾਰਨ ਮਰਨ ਹਜ਼ਾਰੋਂ ਕੇਰਾ, ਤੇ ਇਹਨਾਂ ਨੇ ਉਹਨਾਂ ਹਜ਼ਾਰਾਂ ਹੀ ਫੌਜਾਂ ਨੂੰ ਮਾਰਿਆ ਹੈ। ਮਿਟਿਓ ਨ ਕੈਸੇ ਸਿੰਘਨ ਚੇਰਾ, ਪਰ ਫਿਰ ਵੀ ਕਿਸੇ ਪ੍ਰਕਾਰ ਵੀ ਝਗੜਾ ਖਤਮ ਨਹੀਂ ਹੋ ਰਿਹਾ ਸਿੰਘਾਂ ਦਾ। ਇੱਕ ਦੁਏ ਮਾਸ ਇਸੀ ਬਿਧ ਬੀਤੇ, ਇਸ ਤਰੀਕੇ ਦੇ ਨਾਲ ਸਿੰਘ ਸ਼ਿਕਾਰ ਖੇਡਣ ਜਾਂਦੇ ਨੇ। ਜਿਹੜੇ ਅੱਗਿਓਂ ਪਿਆਰ ਸਤਿਕਾਰ ਕਰਦੇ ਨੇ, ਆਦਰ ਕਰਦੇ ਨੇ ਖਾਲਸੇ ਦਾ, ਖਾਲਸਾ ਉਹਨਾਂ ਨੂੰ ਖੁਸ਼ੇ ਵੰਡਦਾ ਹੈ, ਪਰ ਜਿਹੜਾ ਅੱਗਿਓਂ ਅੜਦਾ ਹੈ ਉਸ ਨੂੰ ਖਾਲਸਾ ਦੰਡ ਦਿੰਦਾ ਹੈ। ਇਸ ਤਰੀਕੇ ਦੇ ਨਾਲ ਕਈ ਮਹੀਨੇ ਬਤੀਤ ਹੋਏ। ਇਹ ਅਖੇਰ ਖਾਲਸਾ ਨੀਤੇ, ਨੇਤਾ ਪ੍ਰਤੀ ਹੀ ਖਾਲਸਾ ਅਖੇਰ ਸ਼ਿਕਾਰ ਖੇਡਣ ਦੇ ਲਈ ਚੜਦਾ ਹੈ। ਕੂਟ ਕੂਟ ਕਰ ਕੇਤਕ ਉਜਾਰੇ, ਤੇ ਕਿਤਨੇ ਕੁ ਜਿਹੜੇ ਗ੍ਰਾਮ ਨੇ, ਪਿੰਡ ਨੇ, ਉਹ ਲੁੱਟ ਕੁੱਟ ਕੇ ਉਜਾੜ ਦਿੱਤੇ। ਕੇਤਕ ਆਪਣੇ ਕਰ ਪ੍ਰਤ ਪਾਰੇ, ਅਤੇ ਕਈ ਜਿਹੜੇ ਪਿੰਡ ਨੇ ਉਹਨਾਂ ਨੂੰ ਆਪਣੇ ਸਮਝ ਕੇ ਪ੍ਰਤਪਾਲਣਾ ਕਰਦੇ ਨੇ, ਰੱਖਿਆ ਵੀ ਕਰਦੇ ਨੇ ਉਹਨਾਂ ਨਗਰਾਂ ਦੀ। ਖੇਤੀ ਬੰਟਨ ਪਰ ਸਿੱਖ ਰਹੇ, ਅਤੇ ਖੇਤੀ ਦੀ ਵੰਡ ਕਰਨ ਦੇ ਲਈ ਉਸ ਵੇਲੇ ਸਿੱਖ ਉਹਨਾਂ ਨਗਰਾਂ ਦੇ ਵਿੱਚ ਆਪ ਕਰਦੇ ਨੇ ਐਸੀ ਵੰਡ। ਟਿਕ ਟਿਕ ਗ੍ਰਾਮ ਜੇ ਗੁਰਪੁਰ ਅਹੇ, ਜਿਹੜੇ ਨੇੜੇ ਨੇੜੇ ਦੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਪਿੰਡ ਹਨ, ਨਗਰ ਹਨ, ਪ੍ਰਜਾ ਭਰਨ ਲੱਗੀ ਸਭ ਹੱਲਾ, ਉਹ ਸਾਰੀ ਹੀ ਪ੍ਰਜਾ ਆ ਕੇ ਸਤਿਗੁਰ ਸਾਹਿਬ ਜੀ ਦੇ ਕੋਲ ਕਰ ਭਰਨ ਲੱਗੀ ਹੈ। ਖੁਸ਼ੀ ਬਸਨ ਲਾਗੇ ਤਿਸ ਕਾਲਾ, ਬੜੀ ਖੁਸ਼ੀ ਦੇ ਨਾਲ ਕਿ ਸਤਿਗੁਰ ਸਾਹਿਬ ਜੀ ਇਸ ਨਗਰ ਦੇ ਵਿੱਚ ਨੇ, ਉਹ ਸਾਡੀ ਰੱਖਿਆ ਕਰ ਰਹੇ ਨੇ। ਖੁਸ਼ੀ ਆਪਣੇ ਘਰਾਂ ਦੇ ਵਿੱਚ ਰਹਿ ਰਹੇ ਨੇ ਉਹ ਲੋਕ। ਦਿਨ ਪ੍ਰਤ ਵਧਤ ਪ੍ਰਤਾਪ ਉਚੇਰਾ, ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਪ੍ਰਤਾਪ ਸਤਿਗੁਰ ਸਾਹਿਬ ਜੀ ਦਾ ਵੱਧ ਰਿਹਾ ਹੈ। ਇਹ ਆਨ ਬਾਸ ਜਿਨ ਨੇਰਾ, ਜਿਨ੍ਹਾਂ ਦਾ ਵੀ ਨਗਰ ਦੇ ਆਸ-ਪਾਸ ਵਾਸਾ ਹੈ, ਸਾਰੇ ਆ ਕੇ ਸਤਿਗੁਰ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ। ਨਹੀਂ ਅਨੀਤ ਕਰਨ ਕੋ ਪਾਵੇ, ਕੋਈ ਵੀ ਖੋਟੀ ਨੀਤੀ ਆ ਕੇ ਨਹੀਂ ਕਰਦਾ। ਚੋਰ ਜਾਰ ਪਕੜਿਓ ਦ੍ਰੁਤ ਜਾਵੇ, ਤੇ ਜਿਹੜੇ ਚੋਰ ਨੇ, ਜਿਹੜੇ ਛੇਤੀ ਦੇ ਨਾਲ ਹੀ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਂਦੀ ਹੈ। ਬਟ ਪਾਰ ਕਰੇ ਬਟ ਪਾਰੀ, ਅਤੇ ਜਿਹੜੇ ਡਾਕੂ ਨੇ, ਭਾਵ ਕੇ ਰਾਹ ਦੇ ਵਿੱਚ ਜੋ ਲੁੱਟਣ ਵਾਲੇ ਨੇ, ਪੰਥ ਦੇ ਉੱਪਰ, ਰਸਤੇ ਦੇ ਉੱਪਰ ਜਾਣ ਵਾਲੀ ਸੰਗਤ ਨੂੰ ਜੋ ਲੁੱਟਦੇ ਨੇ, ਉਹਨਾਂ ਦੀ ਹਿੰਮਤ ਵੀ ਖਾਲਸੇ ਨੇ ਖਤਮ ਕਰ ਦਿੱਤੀ ਹੈ। ਉਹ ਵੀ ਖਾਲਸੇ ਨੂੰ ਸੰਗਤ ਨੂੰ ਲੁੱਟਣਾ ਛੱਡ ਗਏ ਹਨ। ਕਰੈ ਸੋ ਪਕੜਿਓ ਜਾਏ ਦੁਖਾਰੀ, ਅਤੇ ਜਿਹੜਾ ਲੁਟੇਰਾ ਆ ਕੇ ਐਸਾ ਕੰਮ ਕਰਦਾ ਹੈ, ਕਿਸੇ ਗਰੀਬ ਨੂੰ ਲੁੱਟਦਾ ਹੈ, ਖਾਲਸਾ ਉਸ ਨੂੰ ਜਾ ਕੇ ਫੜ ਕੇ ਬਹੁਤ ਭਾਰੀ ਸਜ਼ਾ ਦਿੰਦਾ ਹੈ। ਰਾਜੇ ਦੁਖ ਪਾਏ ਸਚਿੰਤਾ, ਐਸੀ ਦਸ਼ਾ ਦੇਖ ਕੇ, ਖਾਲਸੇ ਦੀ ਚੜ੍ਹਾਈ ਵੇਖ ਕੇ ਜਿਹੜੇ ਪਹਾੜੀ ਰਾਜੇ ਨੇ ਬਹੁਤ ਦੁਖੀ ਹੋ ਰਹੇ ਨੇ। ਖਾਲਸੇ ਤੇਜ ਬਦੰਤਾ, ਤੇ ਇਧਰ ਖਾਲਸੇ ਦਾ ਦਿਨ ਪ੍ਰਤੀ ਦਿਨ ਤੇਜ ਵੱਧਦਾ ਜਾ ਰਿਹਾ ਹੈ। ਇੱਕ ਦਿਨ ਸ਼੍ਰੀ ਸਤਿਗੁਰ ਭਗਵਾਨ, ਇੱਕ ਦਿਨ ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੈਠੇ ਸਭਾ ਸਹਿਤ ਉੱਚ ਥਾਨ, ਸਭਾ ਦੇ ਵਿੱਚ ਸਤਿਗੁਰੂ ਸਾਹਿਬ ਜੀ ਉੱਚੇ ਸਥਾਨ ਦੇ ਉੱਪਰ ਬੈਠੇ ਨੇ। ਚਾਮਰ ਚਾਰ ਚਲਾ ਚਲ ਫੇਰੈ, ਸਤਿਗੁਰੂ ਸਾਹਿਬ ਜੀ ਦੇ ਸੀਸ ਦੇ ਉੱਪਰ ਹਜੂਰੀ ਸਿੱਖ ਬਹੁਤ ਸੁੰਦਰ ਚੌਰ ਹੈ ਜੋ ਚਲਾ ਰਹੇ ਨੇ। ਸਿੱਖ ਹਜ਼ਾਰੋ ਦਰਸ਼ਨ ਹਿਰੈ, ਅਤੇ ਆ ਕੇ ਹਜ਼ਾਰਾਂ ਹੀ ਸਿੱਖ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ। ਇੱਕ ਤੇ ਜਦੀਨ ਦੁਖੀ ਚਲ ਆਇਓ, ਇੱਕ ਦਿਨ ਇੱਕ ਬ੍ਰਾਹਮਣ ਹੈ ਜੋ ਬਹੁਤ ਦੁਖੀ ਹੈ, ਉਹ ਆਇਆ ਹੈ। ਰੋਦਤ ਊਚੇ ਬਾਕ ਸੁਨਾਇਓ, ਰੋ ਰੋ ਕੇ ਬੜੀ ਉੱਚੀ ਆਵਾਜ਼ ਦੇ ਵਿੱਚ ਕਹਿ ਰਿਹਾ ਹੇ ਹੈ, ਪ੍ਰਭੂ ਹਿੰਦ ਧਰਮ ਕੀ ਤੁਜਾ, ਹੇ ਪ੍ਰਭੂ, ਹੇ ਪਾਤਸ਼ਾਹ ਜੀ, ਤੁਸੀਂ ਹਿੰਦੂ ਧਰਮ ਦੇ ਨਿਸ਼ਾਨ ਹੋ। ਦੀਨ ਦਿਆਲ ਦੀ ਰਘ ਬਲ ਪੁਜਾ, ਆਪ ਪਾਤਸ਼ਾਹ ਜੀ ਦੀਨ ਦਿਆਲ ਹੋ, ਗਰੀਬਾਂ ਦੇ ਉੱਪਰ ਦਇਆ ਕਰਨ ਵਾਲੇ ਹੋ।
ਤੁਹਾਡੀਆਂ ਭੁਜਾਵਾਂ ਦੇ ਵਿੱਚ ਬਾਹਾਂ ਦੇ ਵਿੱਚ ਬਹੁਤ ਭਾਰੀ ਬਲ ਹੈ। ਫਲ ਤੇ ਮੈਂ ਹੋਏ ਨਿਰਾਸੀ। ਇਹ ਪਾਤਸ਼ਾਹ ਜੀ, ਮੈਂ ਸਾਰਿਆਂ ਥਾਵਾਂ ਤੋਂ ਨਿਰਾਸ਼ ਹੋ ਫਿਰ ਕੇ ਆਇਓ ਰਾਵਰ ਕੇ ਪਾਸੀ। ਫਿਰ ਆਇਆ ਹਾਂ ਆਪ ਜੀ ਦੇ ਕੋਲ। ਅਤ ਅਨ ਆਏ ਮੋਹਿ ਸੰਗ ਕੀਨਾ। ਮੇਰੇ ਨਾਲ ਬਹੁਤ ਭਾਰੀ ਅਨਿਆਏ ਹੋਇਆ ਹੈ। ਪਠਾਨ ਗਰਭ ਦੁਖ ਦੀਨਾ। ਦੁਸ਼ਟ ਪਠਾਨ ਜਿਹੜਾ ਹੰਕਾਰ ਦਾ ਮਾਰਿਆ ਹੋਇਆ, ਉਸ ਨੇ ਮੈਨੂੰ ਬਹੁਤ ਭਾਰੀ ਦੁੱਖ ਦਿੱਤਾ ਹੈ। ਕਪਰੀ ਤੁਨ ਸ਼ਰੁਤ ਦੁਖ ਭਰੀ। ਉਸ ਵੇਲੇ ਸਤਿਗੁਰ ਸਾਹਿਬ ਜੀ ਦਰਬਾਰ ਦੇ ਵਿੱਚ ਬੈਠੇ ਨੇ। ਉਸ ਵੇਲੇ ਦੁੱਖ ਦੀ ਭਰੀ ਹੋਈ ਆਵਾਜ਼, ਪੀੜਾ ਦੀ ਭਰੀ ਹੋਈ ਆਵਾਜ਼ ਜਦੋਂ ਸਤਿਗੁਰ ਸਾਹਿਬ ਜੀ ਦੇ ਕਮਲ ਸਰੀਖੇ ਕੰਨਾਂ ਦੇ ਵਿੱਚ ਪਈ, ਤਬੈ ਦਇਆ ਨਿਧ ਆਗਿਆ ਕਰੀ। ਉਸ ਵੇਲੇ ਦਇਆ ਨਿਧ, ਦਇਆ ਦੇ ਖਜ਼ਾਨੇ ਸਤਿਗੁਰ ਸਾਹਿਬ ਜੀ ਨੇ ਆਗਿਆ ਕੀਤੀ ਹੈ। ਬੋਲਤ ਹੈ ਸ਼ੋਕ ਸਮੇਤਾ। ਕਿ ਕੌਣ ਬੋਲ ਰਿਹਾ ਹੈ, ਐਸੀ ਪੀੜ ਕਿਸ ਨੂੰ ਹੋ ਰਹੀ ਇਨ ਹੈ, ਮਾਰਿਆ ਦੋਹੀ ਇਹ ਦੇਤਾ। ਕਿਸ ਨੇ ਇਸ ਨੂੰ ਮਾਰਿਆ ਜਿਹੜਾ ਇਤਨਾ ਭਾਰੀ ਦੁਹਾਈ ਦੇ ਰਿਹਾ ਹੈ। ਬਦਾਰ ਤਬ ਬੂਝਨ ਗਇਓ। ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਜਿਹੜਾ ਚੋਬਦਾਰ ਹੈ, ਉਹ ਬਾਹਰ ਦੇਖਣ ਦੇ ਲਈ ਗਿਆ ਹੈ, ਪੁੱਛਣ ਦੇ ਲਈ ਗਿਆ ਹੈ ਕਿ ਬਾਹਰ ਕੌਣ ਹੈ ਜੋ ਇਤਨਾ ਵਿਰਲਾਪ ਕਰ ਰਿਹਾ ਹੈ। ਹੋਏ ਸਭ ਉਚਰਤ ਭਇਓ। ਕੋਲ ਹੋ ਕੇ ਉਸ ਬਾਹਮਣ ਦੇ ਉਸ ਵੇਲੇ ਚੋਬਦਾਰ ਨੇ ਪੁੱਛਿਆ ਹੈ, ਕੀ ਗੱਲ ਹੈ ਔਰ ਭਾਈ। ਹੁਸ਼ਿਆਰ ਨਿਕਟ ਇੱਕ ਬਸੀ। ਉਸ ਵੇਲੇ ਉਸ ਬਾਹਮਣ ਨੇ ਕਿਹਾ ਹੈ, ਬਹੁਤ ਦੁਖੀ ਹੋਏ ਨੇ ਕਿ ਹੁਸ਼ਿਆਰਪੁਰ ਨਗਰ ਹੈ, ਉਸ ਦੇ ਲਾਗੇ ਇੱਕ ਬਸਤੀ ਹੈ ਬੱਸੀ ਨਾਮ ਦੀ, ਬਸੈ ਪਠਾਨ ਤਹਾਂ ਮਤ ਨਸੀ। ਅਤੇ ਉਸ ਦੇ ਵਿੱਚ ਇੱਕ ਪਠਾਨ ਵਸਦਾ ਹੈ ਜਿਸ ਦੀ ਮਤ ਨਾਸ਼ ਹੋ ਚੁੱਕੀ ਹੈ ਹੰਕਾਰ ਦੇ ਨਾਲ। ਮੈਂ ਮੁਕਲਾਏ ਬਧੂ ਕੋ ਡੇਰਾ। ਮੈਂ ਆਪਣਾ ਮੁਕਲਾਵਾ ਲੈ ਕੇ, ਆਪਣੀ ਇਸਤਰੀ, ਆਪਣੀ ਘਰਵਾਲੀ ਦਾ ਡੋਲਾ ਲੈ ਕੇ ਆ ਰਿਹਾ ਸਾਂ। ਅਨਤ ਜਾਤ ਆਪਨ ਘਰ ਓਰਾ। ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਡੋਲਾ ਲੈ ਕੇ। ਗਰੀਬ ਲੋਕਨ ਤਿਨ ਮਮਦਾਰਾ। ਉਸ ਦੁਸ਼ਟ ਪਠਾਨ ਨੇ ਮੇਰੀ ਘਰਵਾਲੀ ਨੂੰ ਦੇਖ ਲਿਆ ਨ ਬਰਿਓਲੇ ਸਦਨ ਮਝਾਰਾ। ਅਤੇ ਆ ਕੇ ਉਸ ਨੇ ਮੇਰੀ ਘਰਵਾਲੀ ਨੂੰ ਫੜ ਲਿਆ। ਫੜ ਕੇ ਉਸ ਨੂੰ ਆਪਣੇ ਮਹਿਲ ਦੇ ਵਿੱਚ, ਆਪਣੇ ਘਰ ਦੇ ਵਿੱਚ ਲੈ ਗਿਆ ਉਹ ਦੁਸ਼ਟ ਪਠਾਨ। ਮੈਂ ਜਬ ਉੱਚੇ ਕੀਨ ਪੁਕਾਰਾ। ਤੇ ਮੈਂ ਜਦੋਂ ਉੱਚੀ ਉੱਚੀ ਪੁਕਾਰ ਕੀਤੀ, ਰੋਇਆ ਹਾਂ, ਪੁਕਾਰਾਂ ਕੀਤੀਆਂ ਨੇ ਰੋ ਰੋ ਨਰ ਕੇ। ਤੇ ਗਹਿਵਾਇਓ ਬਹੁ ਮਾਰਾ। ਤੇ ਫਿਰ ਉਸ ਪਠਾਨ ਨੇ ਆਪਣੇ ਸਿਪਾਹੀਆਂ ਨੂੰ ਕਹਿ ਕੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਹੈ। ਹਿਤ ਮੈਂ ਬਹੁਤਨ ਟਿਗ ਗਇਓ। ਇੱਥੇ ਇਸ ਦੇ ਵਾਸਤੇ ਉਸ ਪਠਾਨ ਨੇ ਮੇਰੀ ਘਰਵਾਲੀ ਨੂੰ ਖੋਹ ਲਿਆ ਹੈ। ਉਸ ਨੂੰ ਛਡਾਉਣ ਦੇ ਲਈ ਮੈਂ ਬਹੁਤ ਜ਼ਿਆਦਿਆਂ ਕੋਲ ਗਿਆ ਹਾਂ। ਤੁਰਕ ਜਹਾਂ ਕਹੈ ਧਨ ਤਿਨ ਦਇਓ। ਜਿੱਥੇ ਕਿੱਥੇ ਵੀ ਮੈਨੂੰ ਪਤਾ ਲੱਗਾ ਹੈ, ਉੱਥੇ ਜਾ ਕੇ ਹੀ ਤੁਰਕਾਂ ਨੂੰ ਮੈਂ ਬਹੁਤ ਧਨ ਦਿੱਤਾ ਹੈ। ਕਹੀ ਫਿਰਾਦ ਲਗਨ ਕਿਤ ਦੀਨਾ। ਫੇਰ ਵੀ ਮੇਰੀ ਫਰਿਆਦ ਕਿਸੇ ਅੱਗੇ ਆਪਣੀ ਨਹੀਂ ਹੈ। ਕਿਉ ਜਤਨ ਅਨਕ ਮੈਂ ਕੀਨਾ। ਜਿਵੇਂ ਕਿਵੇਂ ਵੀ ਮੈਂ ਬਹੁਤ ਯਤਨ ਕੀਤੇ ਹਨ ਆਪਣੀ ਘਰਵਾਲੀ ਨੂੰ ਛਡਾਉਣ ਦੇ ਲਈ। ਕਾਜੀ ਕੋਟਵਾਰ ਟਿਕ ਫਿਰਿਓ। ਜਿਹੜੇ ਕਾਜੀ ਨੇ, ਕੋਤਵਾਲ ਨੇ, ਸਾਰਿਆਂ ਦੇ ਕੋਲ ਜਾ ਕੇ ਮੈਂ ਫਰਿਆਦ ਕੀਤੀ ਹੈ ਕਿ ਮੇਰੀ ਘਰਵਾਲੀ ਨੂੰ ਛੱਡ ਦਿਓ, ਪਰ ਕਿਸੇ ਨੇ ਵੀ ਇਨਹੁ ਨਿਆਉ ਨਾ ਮੇਰੋ ਕਰਿਓ। ਕਿਸੇ ਨੇ ਵੀ ਮੇਰਾ ਨਿਆਂ ਨਹੀਂ ਕੀਤਾ, ਮੇਰੀ ਫਰਿਆਦ ਨਹੀਂ ਸੁਣੀ। ਉਲਟਾ ਮੇਰੇ ਉੱਪਰ ਹੀ ਸਾਰਿਆਂ ਨੇ ਮਾਰ ਕੀਤੀ ਹੈ। ਕੇ ਗੁਰ ਹਿੰਦੁਨ ਸਿਰ ਮੋਰ। ਇਸ ਕਰਕੇ ਪਾਤਸ਼ਾਹ ਜੀ, ਮੈਂ ਆਪ ਜੀ ਨੂੰ ਸ਼੍ਰੋਮਣੀ ਜਾਣ ਕੇ ਪਰਮ ਦੁਖੀ ਆਇਓ ਇਸ ਠੌਰ। ਬਹੁਤ ਜ਼ਿਆਦਾ ਦੁਖੀ ਹੋ ਗਏ, ਬਹੁਤ ਦੁਖੀ ਹਾਂ ਮੈਂ। ਇਸ ਕਰਕੇ ਮੈਂ ਸਤਿਗੁਰੂ ਜੀ ਦੇ ਕੋਲ ਆਇਆ ਸਤ ਹਾਂ। ਬਿਰਤੰਤ ਸੁਨ ਕੇ ਹਟ ਗਇਓ। ਸਾਰੀ ਉਸ ਬਾਹਮਣ ਦੀ ਵਾਰਤਾ ਸੁਣ ਕੇ ਜੋ ਚੋਬਦਾਰ ਸਿੱਖ ਹੈ ਉਹ ਵਾਪਸ ਦਰਬਾਰ ਦੇ ਵਿੱਚ ਗਿਆ। ਗੁਰੂ ਸਮੀਪ ਨਿਵੇਦਤ ਭਇਓ। ਜਾ ਕੇ ਸਤਿਗੁਰ ਸਾਹਿਬ ਜੀ ਦੇ ਕੋਲ ਬੇਨਤੀ ਕੀਤੀ ਹੈ, ਪਾਤਸ਼ਾਹ ਜੀ ਸੁਨ ਦਿਜ ਕੋ ਤਬ ਨਿਕਟ ਬੁਲਾਇਓ। ਦੱਸਿਆ ਹੈ ਕਿ ਪਾਤਸ਼ਾਹ ਜੀ ਇਸ ਬ੍ਰਾਹਮਣ ਦੀ ਇਸਤਰੀ ਨੂੰ ਪਠਾਨ ਚੁੱਕ ਕੇ ਲੈ ਗਿਆ ਹੈ। ਇਸ ਨੇ ਬੜੇ ਥਾਈਂ ਅਰਜ਼ੋਈ ਕੀਤੀ ਹੈ ਪਰ ਕਿਸੇ ਨੇ ਵੀ ਇਸ ਦੀ ਬਾਹ ਨਹੀਂ ਫੜੀ। ਹੁਣ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹੈ। ਇਸ ਤਰੀ ਦੀ ਸਾਰੀ ਵਾਰਤਾ ਚੋਬਦਾਰ ਨੇ ਪਾਤਸ਼ਾਹ ਜੀ ਨੂੰ ਦੱਸੀ ਹੈ। ਸਾਰੀ ਗੱਲ ਸੁਣ ਕੇ ਉਸ ਵੇਲੇ ਪਾਤਸ਼ਾਹ ਜੀ ਨੇ
ਉਸ ਬ੍ਰਾਹਮਣ ਨੂੰ ਆਪਣੇ ਕੋਲ ਬੁਲਾਇਆ। ਹਾਥ ਜੋਰ ਗੁਰ ਸਨਮੁਖ ਆਇਓ। ਹੱਥ ਜੋੜ ਕੇ ਉਹ ਬ੍ਰਾਹਮਣ ਨਿਮਾਣਾ ਹੋ ਕੇ ਸਤਿਗੁਰੂ ਜੀ ਦੇ ਕੋਲ ਆਇਆ ਨੀਦਾਰਾ ਸਕਲ ਬਿਰਤੰਤਾ। ਤੇ ਸਾਰਾ ਹੀ ਬਰਤਾਂਤ, ਕਿਵੇਂ ਪਠਾਨ ਨੇ ਉਸ ਦੀ ਘਰ ਵਾਲੀ ਨੂੰ ਖੋਇਆ, ਕਿਵੇਂ ਉਸ ਦੇ ਉੱਪਰ ਕਸ਼ਟ ਢਾਏ, ਉਸ ਪਠਾਨ ਨੇ ਸਾਰਾ ਹੀ ਬਰਤਾਂਤ ਪ੍ਰਸੰਗ ਕਿਹਾ। ਕਰਿਓ ਸੁਨਾਵਨ ਪੁਨ ਭਗਵੰਤਾ। ਸਾਰਾ ਹੀ ਪ੍ਰਸੰਗ ਸਤਿਗੁਰੂ ਸਾਹਿਬ ਜੀ ਨੂੰ ਸੁਣਾਇਆ ਹੈ ਉਸ ਬ੍ਰਾਹਮਣ ਨੇ। ਸ੍ਰੀ ਪ੍ਰਭ ਕੈ ਅਬ ਤ੍ਰੀਕੋ ਪਾਉ। ਕਹਿਣ ਲੱਗਾ, ਪਾਤਸ਼ਾਹ ਜੀ ਜਾਂ ਤਾਂ ਮੈਂ ਹੁਣ ਆਪਣੀ ਘਰ ਵਾਲੀ ਨੂੰ ਕਿਵੇਂ ਨਾ ਕਿਵੇਂ ਪ੍ਰਾਪਤ ਕਰਾਂਗਾ। ਤਤ ਮੈਂ ਦਵਾਰ ਅਗਰ ਜਰ ਜਾਉ। ਜੇ ਉਹ ਮੈਨੂੰ ਪ੍ਰਾਪਤ ਨਹੀਂ ਹੋਈ ਤਾਂ ਮੈਂ ਆਪ ਜੀ ਦੇ ਦਵਾਰ ਦੇ ਅੱਗੇ ਹੀ ਆਪਣੇ ਆਪ ਨੂੰ ਅੱਗ ਲਾ ਕੇ ਸਾੜ ਲਵਾਂਗਾ। ਜੀਵਨ ਧਰਮ ਨਹੀਂ ਅਬ ਮੇਰਾ। ਹੁਣ ਮੈਨੂੰ ਜਿਉਣਾ ਨਹੀਂ ਬਣਾਉਂਦਾ, ਹੁਣ ਜਿਉਣ ਦਾ ਧਰਮ ਨਹੀਂ ਹੈ ਮੇਰਾ। ਮੇਰਾ ਜਤਨ ਨਹੀਂ ਕੋ ਹੇਰਾ। ਤੇ ਆਪ ਜੀ ਤੋਂ ਬਗੈਰ ਇਸ ਸੰਸਾਰ ਦੇ ਵਿੱਚ ਮੈਂ ਹੋਰ ਕੋਈ ਵੀ ਆਸਰਾ ਨਹੀਂ ਦੇਖਿਆ ਜੋ ਮੇਰੀ ਸਹਾਇਤਾ ਕਰ ਸਕੇ। ਕਲਗੀ ਧਰ ਧੀਰਜ ਦੀਨਾ। ਉਸ ਦੀਨ ਬ੍ਰਾਹਮਣ ਦੀ ਗੱਲ ਸੁਣ ਕੇ, ਨਿਮਾਣੇ ਦੀ ਗੱਲ ਸੁਣ ਕੇ, ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਉਸ ਰੋਂਦੇ ਹੋਏ ਬ੍ਰਾਹਮਣ ਨੂੰ ਧਰਵਾਸ ਦਿੱਤਾ ਹੈ। ਜਦ ਹੋ ਨਾ ਦੁੱਖ ਚਿੰਤਾ ਕਰਹੀ ਨਾ। ਹੁਣ ਇਸ ਚਿੰਤਾ ਦੀ ਅੱਗ ਦੇ ਵਿੱਚ ਨਾ ਸੜ, ਹੇ ਦਵਿਜ, ਹੇ ਜਜਮਾਨ, ਕੁਛ ਨਾ ਕੁਛ ਹੌਸਲਾ ਰੱਖ। ਕਰੈ ਜਤਨ ਤੋ ਵਦਾਰਾ ਹੀਤ। ਉਸ ਵੇਲੇ ਪਾਤਸ਼ਾਹ ਜੀ ਨੇ ਹੌਸਲਾ ਦਿੱਤਾ ਹੈ ਉਸ ਬ੍ਰਾਹਮਣ ਨੂੰ ਕਿ ਤੇਰੀ ਦਾਰਾ ਦੇ ਵਾਸਤੇ, ਭਾਵ ਕਿ ਤੇਰੀ ਇਸਤਰੀ ਨੂੰ ਲਿਆਉਣ ਦੇ ਵਾਸਤੇ, ਬਚਾਉਣ ਦੇ ਵਾਸਤੇ ਕੁਝ ਨਾ ਕੁਝ ਕਰਦੇ ਹਾਂ। ਕਿਉਂ ਕਰ ਲੈ ਦੇਹ ਨਿਕੇਤ। ਜਿਵੇਂ ਕਿਵੇਂ ਵੀ ਕਰਕੇ ਲਿਆ ਕੇ ਤੇਰੇ ਘਰ ਦੇ ਵਿੱਚ ਵਸਾਵਾਂਗੇ ਤੇਰੀ ਘਰ ਵਾਲੀ ਨੂੰ। ਤਿਸ ਛਿਨ ਪੁੱਤਰ ਵਿਸਾਲ ਬੁਲਾਇਓ। ਉਸ ਵੇਲੇ ਸਤਿਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਬੁਲਾਇਆ ਹੈ। ਹੁਕਮ ਕੋ ਪਿਤ ਟਿਗ ਆਇਓ। ਗੁਰੂ ਸਾਹਿਬ ਜੀ ਦਾ, ਪਿਤਾ ਜੀ ਦਾ ਹੁਕਮ ਸੁਣ ਕੇ ਸਾਹਿਬਜ਼ਾਦਾ ਜੀ ਬਹੁਤ ਛੇਤੀ ਦੇ ਨਾਲ ਪਾਤਸ਼ਾਹ ਜੀ ਦੇ ਕੋਲ ਆਏ ਨੇ। ਕਰੁਣ ਅਵਸਥਾ ਜਿਸ ਤਨ ਸੋ ਹੈ। ਬਹੁਤ ਜਵਾਨੀ ਵਾਲੀ ਅਵਸਥਾ ਹੈ, ਸਰੀਰ ਦੇ ਉੱਪਰ ਬਹੁਤ ਜ਼ਿਆਦੀ ਸੋਭਨੀਕ ਹੋ ਰਹੀ ਹੈ ਸਾਹਿਬਜ਼ਾਦੇ ਜੀ ਦੇ। ਜਨ ਅਰਜਨ ਸੁਤ ਅਭਿਮਨ ਉਹ ਹੈ। ਇਸ ਤਰੀਕੇ ਦੇ ਨਾਲ ਪ੍ਰਤੀਤ ਹੋ ਰਿਹਾ ਹੈ ਜਿਵੇਂ ਅਰਜਨ ਦਾ ਪੁੱਤਰ ਅਭਿਮਨਿਊ ਹੋਵੇ। ਹੁਣ ਇੱਥੇ ਕਈ ਆ ਕੇ ਸ਼ੰਕਾ ਕਰਦੇ ਨੇ ਕਿ ਕਵੀ ਜੀ ਨੇ ਹਿੰਦੂ ਧਰਮ ਦੀ ਵਡਿਆਈ ਕਿਉਂ ਇਸ ਦੇ ਵਿੱਚ ਕੀਤੀ ਹੈ। ਜੇ ਸਤਿਗੁਰੂ ਸਾਹਿਬ ਜੀ ਦੀ ਤੁਲਨਾ ਕਰਨੀ ਹੈ ਤਾਂ ਕਿਸੇ ਹੋਰ ਨਾਲ ਕਰ ਦਿੰਦੇ। ਹਿੰਦੂ ਧਰਮ ਦੇ ਵਿੱਚ ਅਰਜੁਨ ਦਾ ਜੋ ਹੋਇਆ ਹੈ ਉਸ ਨਾਲ ਕਿਉਂ ਵਡਿਆਈ ਕੀਤੀ ਹੈ। ਕਿਤੇ ਇੰਦਰ ਨਾਲ ਕਰ ਦਿੱਤੀ, ਕਿਤੇ ਸੂਰਜ ਨਾਲ ਕਰ ਦਿੱਤੀ। ਇਸ ਸੰਸਾਰ ਦੇ ਵਿੱਚ ਐਸਾ ਕੋਈ ਨਹੀਂ ਹੈ ਜਿਸ ਦੇ ਨਾਲ ਸਤਿਗੁਰੂ ਸਾਹਿਬ ਜੀ ਦੀ ਤੁਲਨਾ ਕਰ ਦਿੱਤੀ ਜਾਵੇ। ਪਰ ਇੱਥੇ ਕਵੀ ਜੀ ਨੇ ਇੱਕ ਅੰਗੀ ਦ੍ਰਿਸ਼ਟਾਂਤ ਲਏ ਨੇ। ਜੇ ਹੁਣ ਸੂਰਜ ਦੀ ਗੱਲ ਕਰੀਏ, ਸੂਰਜ ਸਾਨੂੰ ਰੋਸ਼ਨੀ ਪ੍ਰਦਾਨ ਕਰਦਾ ਹੈ, ਪਰ ਜੇ ਅੱਖਾਂ ਚੁੱਕ ਕੇ ਉਸ ਸੂਰਜ ਵੱਲ ਵੇਖੀਏ ਤਾਂ ਸਾਡੀਆਂ ਅੱਖਾਂ ਚੰਧਿਆ ਜਾਂਦੀਆਂ ਨੇ, ਗਰਮੀ ਪ੍ਰਤੀਤ ਹੁੰਦੀ ਹੈ। ਪਰ ਜਦੋਂ ਅਸੀਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਸਾਡੀਆਂ ਅੱਖਾਂ ਠੰਡੀਆਂ ਠਾਰ ਹੋ ਜਾਂਦੀਆਂ ਨੇ। ਵਿਸ਼ਿਆਂ ਦੇ ਨਾਲ ਤਪੀਆਂ ਹੋਈਆਂ ਅੱਖਾਂ ਦੇ ਵਿੱਚ ਠੰਡਿਆਈ ਆ ਜਾਂਦੀ ਹੈ। ਜੇ ਕਮਲ ਨੂੰ ਵੇਖੀਏ, ਕਮਲ ਆਪਣੇ ਆਸ਼ਕ ਭੋਰੇ ਨੂੰ ਖੁਸ਼ਬੂ ਤਾਂ ਦਿੰਦਾ ਹੈ, ਪਰ ਸਮਾਂ ਪੈਣ ਦੇ ਨਾਲ ਉਸ ਦੀ ਮੌਤ ਦਾ ਕਾਰਨ ਵੀ ਕਮਲ ਹੀ ਹੈ। ਪਰ ਸਤਿਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਜੀਵਨ ਦਾਨ ਦੇਣ ਵਾਲੇ ਨੇ। ਇੱਥੇ ਕਵੀ ਜੀ ਨੇ ਕੋਈ ਸਤਿਗੁਰੂ ਸਾਹਿਬ ਜੀ ਦੀ ਤੁਲਨਾ ਨਹੀਂ ਕੀਤੀ, ਬਸ ਇੱਕ ਅੰਗੀ ਦ੍ਰਿਸ਼ਟਾਂਤ ਹੀ ਵਰਤਿਆ ਹੈ। ਸੋ ਕਿਸੇ ਨੇ ਭਾਈ ਕੋਈ ਸ਼ੰਕਾ ਨਹੀਂ ਕਰਨਾ। ਖੜਗ ਸਿਪਰ ਜਹ ਅੰਗ ਲਗਾਏ। ਸਾਹਿਬਜ਼ਾਦਾ ਸਾਹਿਬ ਜੀ ਨੇ ਆਪਣੇ ਹੱਥ ਦੇ ਵਿੱਚ ਸ੍ਰੀ ਸਾਹਿਬ ਪਕੜੀ ਹੈ ਤੇ ਮੋਢਿਆਂ ਦੇ ਉੱਪਰ ਢਾਲ ਧਾਰਨ ਕੀਤੀ ਹੈ। ਸਪੂਤ ਸੁੰਦਰੀ ਜਾਏ। ਸਤਿਗੁਰੂ ਜੀ ਦੇ ਵੱਡੇ ਸੁਪੁੱਤਰ ਨੇ ਮਾਤਾ ਸੁੰਦਰ ਕੌਰ ਜੀ ਦੇ ਜਾਏ ਨੇ। ਸਕਲ ਕੁਟੰਬ ਮੋਦ ਕੋ ਦਾਇਕ। ਸਾਰੇ ਹੀ ਪਰਿਵਾਰ ਨੂੰ ਖੁਸ਼ੀ ਦੇਣ ਵਾਲੇ ਨੇ। ਐਸਾ ਸਰੂਪ ਹੈ ਸਾਹਿਬਜ਼ਾਦਾ ਸਾਹਿਬ ਜੀ ਦਾ। ਮਿੱਤਰਨ ਸੁਖਦ ਸ਼ਤਰੂ ਗਨ ਕਾ ਏਕ। ਜਿਹੜੇ ਮਿੱਤਰ ਨੇ, ਸੱਜਣ ਨੇ, ਉਹਨਾਂ ਨੂੰ ਤਾਂ ਸੁੱਖ ਦੇਣ ਵਾਲੇ ਨੇ।
ਤੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ ਨੇ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ। ਚਪਲ ਬਿਲੋਚਲ ਯੁੱਤ ਬਿਸਤਾਰਾ, ਬਹੁਤ ਵੱਡੇ ਵੱਡੇ ਨੇਤਰ ਨੇ, ਬਹੁਤ ਸੁੰਦਰ ਨੇਤਰ ਨੇ ਸਾਹਿਬਜ਼ਾਦਾ ਸਾਹਿਬ ਜੀ ਦੇ। ਕੇ ਗੁਣ ਅਰ ਤਨ ਅਨੁਹਾਰਾ, ਇਸ ਤਰੀਕੇ ਦੇ ਨਾਲ ਪ੍ਰਤੀਤ ਹੋ ਰਿਹਾ ਹੈ ਸਾਹਿਬਜ਼ਾਦਾ ਸਾਹਿਬ ਜੀ ਦਾ ਜੋ ਮਹਾਂਦਰਾ ਹੈ ਸਰੀਰ ਦਾ, ਮੁਖ ਦਾ, ਉਹ ਗੁਰੂ ਸਾਹਿਬ ਜੀ ਦੇ ਉੱਪਰ ਪੈਂਦਾ ਹੈ। ਇਸ ਤਰੀਕੇ ਦੇ ਨਾਲ ਲੱਗ ਰਿਹਾ ਹੈ ਜਿਵੇਂ ਸਤਿਗੁਰੂ ਸਾਹਿਬ ਜੀ ਹੀ ਹੋਣ। ਸਭਾ ਮਝਾਰ ਗੁਰੂ ਟਿਗ ਆਇਓ, ਆ ਕੇ ਸਤਿਗੁਰੂ ਸਾਹਿਬ ਜੀ ਜਿੱਥੇ ਦਰਬਾਰ ਲਾਇਆ ਹੈ ਉੱਥੇ ਆਏ ਨੇ। ਉਡਗਨ ਰਵ ਸਸ ਸਮਦਰ ਸਾਇਓ, ਸਿੱਖਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਸਿੱਖ ਜਿਹੜੇ ਨੇ ਉਹ ਤਾਰਿਆਂ ਦੇ ਸਮਾਨ ਨੇ। ਗੁਰੂ ਸਾਹਿਬ ਜੀ ਸੂਰਜ ਦੇ ਸਮਾਨ ਉਸ ਦਰਬਾਰ ਦੇ ਵਿੱਚ ਸ਼ੋਭ ਰਹੇ ਨੇ, ਤੇ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਚੰਦਰਮਾ ਦੇ ਨਿਆਈ ਉਥੇ ਸ਼ੋਭਨੀਕ ਹੋ ਰਹੇ ਨੇ। ਪਿਤਾ ਗੁਰੂ ਕੇ ਪਗ ਕਰ ਨਮੋ, ਆ ਕੇ ਪਿਤਾ ਗੁਰੂ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਹੈ ਸਾਹਿਬ ਜੀ ਨੇ। ਸਾਦਰ ਬੈਠ ਗਇਓ ਤਿਹ ਸਮੋ, ਸਿੰਘ ਸਾਹਿਬ ਉਸ ਵੇਲੇ ਆ ਕੇ ਸਾਦਰ ਦੇ ਨਾਲ ਦਰਬਾਰ ਦੇ ਵਿੱਚ ਬੈਠ ਗਏ। ਸਰਬ ਸਭਾਸਦ ਬੰਧਨ ਕੀਨਾ, ਸਾਰੀ ਸਭਾ ਦਰਬਾਰ ਦੀਆਂ ਸਿੱਖ ਸੰਗਤਾਂ ਨੇ ਸਾਹਿਬਜ਼ਾਦਾ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਦੇਖ ਦੇਖ ਦਿਸ ਮਾਨ ਸੋਲੀਨਾ, ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਦੇਖ ਕੇ ਸਾਰਿਆਂ ਦੀ ਨਮਸਕਾਰ ਪ੍ਰਵਾਨ ਕੀਤੀ ਹੈ ਸਾਹਿਬ ਜੀ ਨੇ। ਦੇਖ ਸਪੂਤ ਕੋ ਹੁਕਮ ਬਖਾਨਾ, ਵੇਖ ਕੇ ਆਪਣੇ ਸਪੁੱਤਰ ਨੂੰ ਵੇਖ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਵੇਲੇ ਹੁਕਮ ਕੀਤਾ। ਦੇਹੋ ਸਿੰਘ ਸੰਗ ਕਰੋ ਪਿਆਨਾ, ਉਸ ਵੇਲੇ ਹੁਕਮ ਕੀਤਾ ਹੈ, ਹੇ ਪੁੱਤਰ ਜੀ ਆਪਣੇ ਨਾਲ ਬਹੁਤ ਜ਼ਿਆਦੀ ਆਪਣੇ ਨਾਲ ਸਿੰਘਾਂ ਨੂੰ ਲੈ ਕੇ ਜਾਣਾ ਕਰੋ। ਬਲੀ ਤੁਰੰਗਮ ਪਰ ਸ਼ੁਭ ਜੀਨਾ, ਬਲੀ ਤੁਰੰਗਮ, ਬਲੀ ਘੋੜੇ ਦੇ ਉੱਪਰ ਬਹੁਤ ਸੋਹਣੀ ਜਿਹੜੀ ਕਾਠੀ ਹੈ ਉਹ ਪਾਉਣਾ ਕਰੋ। ਹਰ ਖਪਰੇ ਤਰ ਕੈ ਤਨ ਪੀਨਾ, ਕਠੋਰ ਧਨੁਖ ਦੇ ਹੱਥ ਦੇ ਵਿੱਚ ਲੈ ਕੇ ਆਪਣੇ ਮੋਢਿਆਂ ਦੇ ਉੱਪਰ ਖੱਪਰੇ ਤੀਰ ਚੜਾਉਣਾ ਕਰੋ। ਜਿਜ ਕੋ ਦੁਖ ਸ਼ੀਨੀ ਖਲਦਾਰਾ, ਇਸ ਦਿਜ ਨੂੰ, ਇਸ ਬਾਹਮਣ ਨੂੰ ਬਹੁਤ ਭਾਰੀ ਦੁੱਖ ਹੈ। ਇਸ ਦੀ ਘਰ ਵਾਲੀ ਪਠਾਨ ਨੇ ਖੋ ਲਈ ਹੈ। ਦੋਹੀ ਦੀਨਾ ਦੀਨ ਲਖ ਮਾਰਾ, ਇਸ ਕਰਕੇ ਇਹ ਬਹੁਤ ਜ਼ਿਆਦਾ ਦੁਖੀ ਹੈ। ਇਸ ਦੀਨ ਦੁਖੀ ਨੂੰ ਜਾਣ ਕੇ ਇਸ ਦੇ ਉੱਪਰ ਬਹੁਤ ਭਾਰੀ ਕਸ਼ਟ ਕੀਤਾ ਹੈ ਉਸ ਨੇ। ਬਸੀ ਬਸੀ ਇੱਕ ਤਿਸ ਮਹਿ ਬਸੇ, ਇੱਕ ਬੱਸੀ ਨਗਰ ਦੀ ਬਸਤੀ ਦੇ ਵਿੱਚ ਉਹ ਪਠਾਨ ਵਸਦਾ ਹੈ। ਕਰ ਅਨਿਆਏ ਖੁਸ਼ੀ ਜੁਤ ਹਸੇ, ਅਤੇ ਐਸਾ ਅਨਿਆਏ, ਐਸਾ ਖੋਟਾ ਕਰਮ ਕਰਕੇ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਹੈ ਉਹ ਪਠਾਨ। ਅਨੋਹ ਦਿਜ ਕੀ ਤ੍ਰਿਆ ਸਮੇਤ, ਅਤੇ ਇਸ ਪੰਡਤ ਦੀ ਜਿਹੜੀ ਇਸਤਰੀ ਹੈ ਉਸ ਦੇ ਨਾਲ ਉਸ ਦੁਸ਼ਟ ਪਠਾਨ ਨੂੰ ਵੀ ਲਿਆਓ। ਚੁੱਕ ਕੇ ਰਹ ਜਾਏ ਨਿਕੇਤ, ਅਚਾਨਕ ਹੀ ਜਾ ਕੇ ਛੇਤੀ ਦੇ ਨਾਲ ਉਸ ਨੂੰ ਘਰ ਦੇ ਵਿੱਚ ਘੇਰ ਲਓ। ਆਵਤ ਜਾਤ ਨਾ ਬਿਲਮ ਲਗਾਵੋ, ਨਾ ਤੇ ਜਾਣ ਲੱਗਿਆਂ ਦੇਰੀ ਲਾਓ ਤੇ ਨਾ ਹੀ ਆਉਣ ਲੱਗਿਆਂ ਤਤ ਛੇਤੀ ਆ ਜਾਓ। ਦੋਨੋਂ ਕੋ ਤੂਰਨ ਲਿਆਵੋ, ਅਤੇ ਦੋਵਾਂ ਨੂੰ ਫੜ ਕੇ, ਦੋਵਾਂ ਨੂੰ, ਇਸਤਰੀ ਨੂੰ ਤੇ ਉਸ ਦੁਸ਼ਟ ਪਠਾਨ ਨੂੰ ਲਿਆਉਣਾ ਕਰੋ। ਪਿਤਾ ਹੁਕਮ ਕੋ ਸੁਨ ਪਦ ਬੰਦੇ, ਆਪਣੇ ਪਿਤਾ ਸਤਿਗੁਰੂ ਦੇ ਹੁਕਮ ਨੂੰ ਸੁਣ ਕੇ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਨਮਸਕਾਰ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਉੱਤੇ। ਤੁਰਤ ਤਿਆਰ ਹੋਏ ਹਿਰਦੈ ਆਨੰਦੇ, ਬਹੁਤ ਛੇਤੀ ਦੇ ਨਾਲ ਤਿਆਰੀ ਕੀਤੀ ਹੈ, ਆਨੰਦ ਖੁਸ਼ੀ ਦੇ ਨਾਲ। ਸੋ ਅਸਵਾਰ ਸਿੰਘ ਚੜ ਚੱਲੇ, ਆਪਣੇ ਨਾਲ ਉਸ ਵੇਲੇ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ 100 ਅਸਵਾਰ ਸਿੱਖ ਲਏ ਨੇ। ਜਵਾਲਾ ਬਮਣੀ ਹੱਥ ਸੰਭਾਲੇ, ਆਪਣੇ ਹੱਥ ਦੇ ਹੇਠ ਬੰਦੂਕਾਂ ਕਰ ਲਈਆਂ ਨੇ। ਸਤੁਦਰਵ ਕੋ ਜਲ ਉਤਰੇ ਪਾਰ, ਸਤੁਦਰਵ ਕੋ ਜਲ ਭਾਵ ਕੇ ਸਤਲੁਜ ਦੇ ਦਰਿਆ ਦੇ ਜਲ ਨੂੰ ਪਾਰ ਕੀਤਾ ਹੈ। ਦੁਐ ਕਟਕਾ ਬਾਸੁਰ ਤਿਸ ਬਾਰ, ਉਸ ਵੇਲੇ 2 ਘੜੀਆਂ ਦਿਨ ਜੋ ਸੀ ਰਹਿ ਗਿਆ ਸੀ। ਵਿਪਰ ਸੰਗ ਲੈ ਨਿਸਮਹਿ ਚਾਲੇ, ਉਸ ਬ੍ਰਾਹਮਣ ਨੂੰ ਰਾਤ ਦੇ ਨਾਲ ਆਪਣੇ ਨਾਲ ਰਾਤ ਵਿੱਚ ਲੈ ਕੇ ਚੱਲੇ ਨੇ। ਗ੍ਰਾਮ ਗ੍ਰਾਮ ਤੇ ਨਰਹਿ ਨਿਕਾਲੇ, ਅਤੇ ਗ੍ਰਾਮ ਗ੍ਰਾਮ ਜਿੱਥੇ ਪਿੰਡ ਦੇ ਵਿੱਚ ਜਾਂਦੇ ਨੇ ਉੱਥੋਂ ਦਾ ਕੋਈ ਮਨੁੱਖ ਲੈ ਕੇ, ਕਿਸੇ ਬੰਦੇ ਨੂੰ ਨਾਲ ਲੈ ਕੇ ਰਸਤਾ ਪੁੱਛਦੇ ਹੋਏ ਉਸ ਹੁਸ਼ਿਆਰਪੁਰ ਨਗਰ ਵੱਲ ਜਾ ਰਹੇ ਨੇ। ਐਸੀ ਜਿਹੜੀ ਵਿਚਾਰ ਅੱਜ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਇਤਿਹਾਸ ਦੀ ਬਖਸ਼ੀ ਹੈ।
ਕੱਲ ਦੇ ਪ੍ਰਸੰਗ ਦੇ ਵਿੱਚ ਕਿਵੇਂ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਉਸ ਬ੍ਰਾਹਮਣ ਦੀ ਇਸਤਰੀ ਨੂੰ ਵਾਪਸ ਲਿਆਉਂਦੇ ਨੇ, ਕਿਵੇਂ ਉੱਥੇ ਜੰਗ ਹੁੰਦਾ ਹੈ, ਇਹ ਸਾਰੀ ਹੀ ਵਾਰਤਾ ਆਪ ਸੰਗਤਾਂ ਕੱਲ ਵਾਲੇ ਪ੍ਰਸੰਗ ਦੇ ਵਿੱਚ ਸਰਵਣ ਕਰਿਓ ਜੀ। ਹੁਣ ਇੱਥੇ ਹੀ ਅੱਜ ਕਥਾ ਦੀ ਸਮਾਪਤੀ ਹੈ। ਕਥਾ ਵਿਚਾਰ ਕਰਦਿਆਂ ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਤੇ ਆਪ ਸੰਗਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਆਪ ਸੰਗਤ ਬਖਸ਼ਣ ਯੋਗ ਹੋ ਜੀ, ਬਖਸ਼ ਲੈਣਾ। ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ। ਸਤਿਗੁਰੂ ਸਾਹਿਬ ਜੀ ਆਪ ਹੀ ਸਿਰ ਦੇ ਉੱਪਰ ਹੱਥ ਰੱਖ ਕੇ ਆਪ ਹੀ ਆਪਣੀ ਜਸ ਵਡਿਆਈ ਕਰਵਾ ਲੈਣ। ਹੁਣ ਇੱਥੇ ਹੀ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਸਤੁਦਰਵ ਕੋ ਜਲ ਉਤਰੇ ਪਾਰ, ਦੁਐ ਘਟਕਾ ਬਾਸੁਰ ਤਿਸ ਬਾਰ। ਬਿਕਰ ਸੰਗ ਲੈ ਨਿਸ ਮਹਿ ਚਾਲੇ, ਗ੍ਰਾਮ ਗ੍ਰਾਮ ਤੇ ਨਰਹਿ ਨਿਕਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਾਇਆ ਧਾਰ। ਅੰਧਕੂਪ ਮਹਾਭਿਆਨ, ਨਾਨਕ ਪਾਰ ਉਤਾਰ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹਿਆ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸਰਦਾ ਕਰ ਸੇਵੰਦੀ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ,